ਕੈਨੇਡਾ ਦੀ ਸਥਿਤੀ ਅਮਰੀਕਾ ਨਾਲੋਂ ਬਹੁਤ ਵਧੀਆ। ਉਹ ਇਹ ਆ ਵੀ ਪਹਿਲਾਂ ਅਸੀਂ ਕਹਿੰਦੇ ਸੀ ਵੀ ਇਹ ਡ੍ਰੌਪਲੇਟ ਤੋਂ ਹੁੰਦਾ, ਵੀ ਸਾਡੇ ਜਿਹੜੇ ਥੁੱਕ ਦੇ ਪਾਰਟੀਕਲਸ ਹੈਗੇ ਆ ਵਾਇਰਸ ਦੇ ਇਰਦ ਗਿਰਦ ਮੋਟੇ ਪਾਰਟੀਕਲ, ਉਹ ਜਦੋਂ ਆਪਾਂ ਖੰਘਦੇ ਆ, ਛਿੱਕ ਮਾਰਦੇ ਆ ਜਾਂ ਬੋਲਦੇ ਆ, ਉਹ ਜਾਂਦੇ ਆ ਤੇ ਮੈਕਸਿਮਮ 6 ਫੁੱਟ ਤੇ ਦਾਇਰੇ ਦੇ ਵਿੱਚ ਡਿੱਗ ਜਾਂਦੇ ਥੱਲੇ। ਲੇਕਿਨ ਹੁਣ 239 ਸਾਇੰਟਿਸਟ 32 ਦੇਸ਼ਾਂ ਤੋਂ, ਵੱਖ-ਵੱਖ ਦੇਸ਼ਾਂ ਤੋਂ, ਜਿਹਦੇ ਵਿੱਚ ਇਹ ਲੈਬ ਦੇ ਸਾਇੰਟਿਸਟ ਆ, ਕਲੀਨਿਕਲ ਸਾਇੰਟਿਸਟ ਆ, ਵਾਇਰਸ ਦੇ ਮਾਹਿਰ ਆ, ਤੇ ਜਿਹੜੇ ਇੰਜੀਨੀਅਰ ਆ ਉਹ ਵੀ ਹੈਗੇ ਇਹਦੇ ਵਿੱਚ ਸ਼ਾਮਿਲ। ਔਰ ਆਸਟ੍ਰੇਲੀਆ ਤੇ ਮੁਹਿੰਮ ਜਿਹੜੀ ਹੈਗੀ ਆ ਇਹ ਸ਼ੁਰੂ ਹੋਈ ਆ। ਤਾਂ ਉਹ ਇਹ ਕਹਿੰਦੇ ਆ ਵੀ ਏਅਰਬੋਰਨ ਹੋ ਸਕਦਾ, ਵੀ ਹਵਾ ਦੇ ਰਾਹ ਵੀ ਫੈਲ ਸਕਦਾ, ਕਿਉਂਕਿ WHO ਅਜੇ ਵੀ ਸਟੈਂਡ ਲੈ ਕੇ ਬੈਠਾ ਵੀ ਇਹ ਡ੍ਰੌਪਲੇਟ ਤੋਂ ਹੀ ਫੈਲਦਾ। ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਰਿਵਿਊ ਕਰਾਂਗੇ। ਹੁਣ ਰਿਵਿਊ 'ਚ ਕਿੰਨੇ ਦਿਨ ਲੱਗਦੇ, ਕਿੰਨੇ ਹਫ਼ਤੇ ਲੱਗਦੇ, ਕਿੰਨੇ ਮਹੀਨੇ ਲੱਗਦੇ, ਸਾਨੂੰ ਨਹੀਂ ਪਤਾ। ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਫਿਰ ਪਰਤ ਕੇ ਆਈਏ, ਜੋ ਅਸੀਂ ਘੱਟ ਤੋਂ ਘੱਟ 6 ਫੁੱਟ ਦਾ ਡਿਸਟੈਂਸ ਰੱਖਿਆ ਫਾਸਲਾ, ਹੁਣ ਅੱਜ ਅਸੀਂ ਦੋਵੇਂ 8-10 ਫੁੱਟ 'ਤੇ ਹੈਗੇ ਆ। ਹੱਥ ਧੋਂਦੇ ਆ, ਮਾਸਕ ਪਾਉਂਦੇ ਜਦੋਂ ਬਾਹਰ ਜਾਂਦੇ ਆ, ਸੰਘਣੀ ਕਰਾਊਡ 'ਚ ਜਾਂ ਗੈਦਰਿੰਗ 'ਚ। ਉਹਨੇ ਕੈਨੇਡਾ ਨੂੰ ਤਾਂ ਹੈਲਪ ਕੀਤਾ। ਏਅਰਬੋਰਨ ਦਾ ਅਰਥ ਹੁੰਦਾ ਵੀ ਹਵਾ ਦੇ ਵਿੱਚ ਫੈਲਾਅ ਦੇ ਵਿੱਚ ਜਾ ਸਕਦਾ। ਸਮਝੋ ਇੱਕ ਕਮਰਾ, ਉਹਦੇ ਵਿੱਚ ਮੈਨੂੰ ਕੋਵਿਡ ਸੀ, ਮੈਂ ਖੰਘਿਆ ਤੇ ਹਵਾ ਦੇ ਵਿੱਚ ਹੁਣ ਕੋਵਿਡ ਜਿਹੜਾ ਹੈਗਾ ਫਲੋਟ ਹੋ ਰਿਹਾ ਕੁਛ ਘੰਟਿਆਂ ਵਾਸਤੇ ਜੀ। ਹੁਣ ਅਗਰ ਹਵਾ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਹੈ ਉਸ ਏਰੀਆ ਦਾ ਵਧੀਆ, ਤਾਂ ਨਵੀਂ ਹਵਾ ਆਊਗੀ, ਪੁਰਾਣੀ ਚਲੀ ਜਾਊਗੀ। ਜਿੱਦਾਂ ਵਧੀਆ ਮਾਲਸ 'ਚ ਹੁੰਦਾ, ਬਿਲਡਿੰਗਾਂ 'ਚ ਹੁੰਦਾ। ਅਗਰ ਉਹ ਫਿਲਟਰੇਸ਼ਨ ਸਿਸਟਮ ਸਹੀ ਨਹੀਂ ਆ ਤਾਂ ਫਿਰ ਹਵਾ ਉੱਥੇ ਕਮਰੇ 'ਚ ਇਕੱਠੀ ਰਹਿ ਸਕਦੀ ਆ ਜੀ। ਸੋ ਇੱਕ ਥੋੜ੍ਹਾ ਜਿਹਾ ਰਿਸਕ ਹੋ ਸਕਦਾ। ਹੁਣ ਰਿਸਕ ਤਾਂ ਮਤਲਬ ਅਸੀਂ ਜਦੋਂ ਕਾਰ ਚਲਾਉਂਦੇ ਆ, ਐਕਸੀਡੈਂਟ ਹੋਣ ਦਾ ਰਿਸਕ ਉਦੋਂ ਵੀ ਹੈਗਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਿਹਤ ਸੰਬੰਧੀ ਕੁਝ ਖਾਸ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਨੀ ਆ। ਅੱਜ ਅਸੀਂ ਫੇਰ ਸਟੂਡੀਓਜ਼ ਤੋਂ ਬਾਹਰ ਇਹ ਗੱਲਬਾਤ ਕਰਨ ਦੇ ਲਈ ਇੱਥੇ ਹਾਜ਼ਰ ਹੋਏ ਹਾਂ। ਅੱਜ ਅਸੀਂ ਜਿੱਥੇ ਕੋਵਿਡ-19 ਬਾਰੇ ਇੱਕ ਖਾਸ ਮੁੱਦਾ ਬਹੁਤ ਗੰਭੀਰ ਸਾਹਮਣੇ ਆਇਆ ਕਿ ਦੁਨੀਆ ਦੇ ਬਹੁਤ ਸਾਰੇ ਸਾਇੰਟਿਸਟ ਨੇ ਇਕੱਠੇ ਹੋ ਕੇ ਕਹਿ ਦਿੱਤਾ ਕਿ ਜਿਹੜਾ ਇਹ ਬਿਮਾਰੀ ਆ ਇਹ ਹਵਾ ਰਾਹੀਂ ਫੈਲ ਸਕਦੀ ਹੈ, ਕੋਵਿਡ-19। ਹੁਣ ਜੇ ਹਵਾ ਰਾਹੀਂ ਫੈਲ ਸਕਦੀ ਹੈ ਫਿਰ ਤਾਂ ਸੱਚਮੁੱਚ ਬਹੁਤ ਖਤਰਨਾਕ ਆ। WHO ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈ, ਬਹੁਤ ਸਾਰੇ ਹੋਰ ਡਾਕਟਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਪਰ ਉਹ ਸਾਇੰਟਿਸਟ ਵੀ ਬਹੁਤ ਉੱਚ ਪੱਧਰ ਦੇ ਸਾਇੰਟਿਸਟ ਨੇ ਤੇ ਉਹਨਾਂ ਨੇ ਜਲਦੀ ਜਿਹੜਾ ਹੈਗਾ ਆ ਇਸ ਗੱਲ ਨੂੰ ਉਹ ਕਹਿੰਦੇ ਅਸੀਂ ਜਰਨਲ ਦੇ ਵਿੱਚ ਪਬਲਿਸ਼ ਕਰ ਰਹੇ ਹਾਂ। ਦੂਜਾ ਦੋਸਤੋ, ਕੁਛ ਇਸ ਤੋਂ ਬਾਅਦ ਅਸੀਂ ਸਿਹਤ ਸੰਬੰਧੀ ਸਮੱਸਿਆਵਾਂ ਜਿਹੜੀਆਂ ਕਾਮਨ ਪ੍ਰੋਬਲਮਸ ਨੇ, ਖਾਸ ਕਰ ਐਲਰਜੀ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਈ ਲੋਕਾਂ ਦਾ ਬਹੁਤ ਬੁਰਾ ਹਾਲ ਹੁੰਦਾ, ਨੱਕ ਬੰਦ ਹੁੰਦਾ, ਸਾਹ ਨਹੀਂ ਆਉਂਦਾ, ਸਮਝ ਨਹੀਂ ਆਉਂਦੀ ਐਲਰਜੀ ਕਿਸ ਚੀਜ਼ ਤੋਂ ਆ, ਬੱਚਿਆਂ ਦੇ ਵਿੱਚ, ਵੱਡਿਆਂ ਦੇ ਵਿੱਚ। ਇਹਦੇ ਕੀ ਕਾਰਨ ਆ ਔਰ ਕੁਛ ਨੀਂਦ ਸੰਬੰਧੀ ਜਿਹੜੇ ਨੁਕਤੇ ਆ ਉਹਨਾਂ ਦੇ ਉੱਤੇ ਅੱਜ ਅਸੀਂ ਗੱਲਬਾਤ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਕਰਨੀ ਹੈ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਬਹੁਤ-ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਕੋਵਿਡ ਬਾਰੇ ਦੱਸੋ ਜੀ, ਇੱਕ ਜਿਹੜੀ ਅਪਡੇਟ ਕੀ ਹੈ, ਇਸ ਵੇਲੇ ਅਸੀਂ ਕਿੱਥੇ ਖੜ੍ਹੇ ਹਾਂ, ਔਰ ਦੂਜੀ ਜਿਹੜੀ ਮੈਂ ਜ਼ਿਕਰ ਕੀਤਾ ਕਿ ਇਹ ਕਿਹਾ ਜਾ ਰਿਹਾ ਕਿ ਇਹ ਹਵਾ ਦੇ ਰਾਹੀਂ ਫੈਲ ਸਕਦਾ, ਬਹੁਤ ਸਾਰੇ ਸਾਇੰਟਿਸਟ ਕਹਿ ਰਹੇ, ਕੀ ਮਾਮਲਾ ਔਰ ਕੌਣ ਸਹੀ ਹੈ ਇਹਨਾਂ 'ਚੋਂ ਜੀ? ਦੇਖੋ, ਕੈਨੇਡਾ ਦੀ ਸਥਿਤੀ ਅਮਰੀਕਾ ਨਾਲੋਂ ਬਹੁਤ ਵਧੀਆ, ਔਰ ਸਾਡੇ ਕੇਸ ਹਮੇਸ਼ਾ 200, 210, 215 ਤੱਕ ਹੀ ਰਹਿੰਦੇ ਪੂਰੇ ਕੈਨੇਡਾ 'ਚ ਜੀ। BC 'ਚ ਵੀ ਅਸੀਂ 10-12 ਤੱਕ ਹੀ ਰਹਿੰਦੇ ਹਾਂ, ਔਰ ਓਨਟੇਰੀਓ 'ਚ ਵੀ ਮੌਤ ਦੀ ਦਰ ਬਹੁਤ ਘੱਟ ਹੋਈ ਹੈ, ICU 'ਚ ਪੇਸ਼ੈਂਟਸ ਨਹੀਂ ਹੈਗੇ। ਸੋ ਇੱਕ ਖੁਸ਼ੀ ਦੀ ਜਿਹੜੀ ਲਹਿਰ ਆ ਕੈਨੇਡਾ 'ਚ ਹੈਗੀ ਆ, ਔਰ ਉਸ ਕਰਕੇ ਹੀ ਅਸੀਂ ਜਿਹੜਾ ਬਾਰਡਰ ਜਿਹੜਾ ਹੈਗਾ ਅਸੀਂ ਬਹੁਤ ਲੰਬੇ ਅਰਸੇ ਤੱਕ ਇਹਨੂੰ ਬੰਦ ਕਰਨ ਦੀ ਸੋਚੀ, ਔਰ ਸਹੀ ਸੋਚ ਹੈਗੀ ਆ। ਸਾਡੇ ਪ੍ਰਧਾਨ ਮੰਤਰੀ ਨੂੰ ਵੀ ਨਿਯੋਤਾ ਹੈਗਾ ਸੀ ਉੱਥੇ ਇੱਕ ਕਾਨਫਰੰਸ 'ਤੇ ਜਾਣ ਦਾ, ਉਹਨਾਂ ਨੇ ਡਿਕਲਾਈਨ ਕੀਤਾ। ਟਰੰਪ ਸਾਹਿਬ ਨੇ ਸੱਦਿਆ ਸੀ ਕਿਉਂਕਿ ਉੱਥੇ ਕੋਵਿਡ ਬਹੁਤ ਜ਼ਿਆਦਾ ਹੈ ਇਸ ਵੇਲੇ। 41 ਸਟੇਟਸ ਹੈਗੇ ਆ ਜਿੱਥੇ ਕੋਵਿਡ ਦਾ ਪਸਾਰਾ ਹੈਗਾ। ਫਲੋਰੀਡਾ 'ਚ ਆ, ਐਰੀਜ਼ੋਨਾ 'ਚ ਆ, ਟੈਕਸਸ 'ਚ ਆ, ਔਰ ਨੰਬਰ ਹਰ ਦਿਨ ਵੱਧਦੇ ਜਾ ਰਹੇ ਆ। ਉਸ ਹਿਸਾਬ ਦੇ ਨਾਲ ਹਸਪੀਟਲ ਦੀ ਐਡਮਿਸ਼ਨਸ ਵੀ ਵੱਧਦੀ ਜਾ ਰਹੀਆਂ। ਜਿਹੜਾ ਅਮਰੀਕਾ ਦੇ ਸਾਇੰਟਿਸਟ ਆ ਉਹ ਕਹਿ ਰਿਹਾ ਵੀ ਉਹਨਾਂ ਦੇ ਜਿਹੜੇ 50% ਕੇਸਿਸ ਆ ਉਹ ਬਹੁਤ ਮਾਈਲਡ ਲੋਕ ਜਾਂ ਜਿਨ੍ਹਾਂ ਨੂੰ ਬਹੁਤ ਲੱਛਣ ਨਹੀਂ ਆ ਉਹ ਸਪਰੈਡ ਕਰ ਰਹੇ ਆ। ਉਹਨਾਂ ਨੂੰ ਆਪ ਨਹੀਂ ਪਤਾ ਲੇਕਿਨ ਉਹ ਸਪਰੈਡ ਕਰੀ ਜਾ ਰਹੇ, ਉਹਨਾਂ ਦੀ ਆਪ ਦੀ ਰਿਸਰਚ ਹੈਗੀ ਆ। ਜਿਹੜੀ ਤੁਸੀਂ ਗੱਲ ਕੀਤੀ ਸੀ, ਜਿਹੜਾ 1-2 ਦਿਨ 'ਚ ਹੁਣ ਚਰਚਾ 'ਚ ਵਾਦ ਵਿਵਾਦ ਛੁੜਿਆ ਹੋਇਆ, ਉਹ ਇਹ ਆ ਵੀ ਪਹਿਲਾਂ ਅਸੀਂ ਕਹਿੰਦੇ ਸੀ ਵੀ ਇਹ ਡ੍ਰੌਪਲੇਟ ਤੋਂ ਹੁੰਦਾ, ਵੀ ਸਾਡੇ ਜਿਹੜੇ ਥੁੱਕ ਦੇ ਪਾਰਟੀਕਲਸ ਹੈਗੇ ਆ ਵਾਇਰਸ ਦੇ ਇਰਦ ਗਿਰਦ ਮੋਟੇ ਪਾਰਟੀਕਲ,
ਉਹ ਜਦੋਂ ਆਪਾਂ ਖੰਘਦੇ ਆ, ਛਿੱਕ ਮਾਰਦੇ ਆ ਜਾਂ ਬੋਲਦੇ ਆ, ਉਹ ਜਾਂਦੇ ਆ ਤੇ ਮੈਕਸਿਮਮ 6 ਫੁੱਟ ਤੇ ਦਾਇਰੇ ਦੇ ਵਿੱਚ ਡਿੱਗ ਜਾਂਦੇ ਥੱਲੇ। ਲੇਕਿਨ ਹੁਣ 239 ਸਾਇੰਟਿਸਟ 32 ਦੇਸ਼ਾਂ ਤੋਂ, ਵੱਖ-ਵੱਖ ਦੇਸ਼ਾਂ ਤੋਂ, ਜਿਹਦੇ ਵਿੱਚ ਇਹ ਲੈਬ ਦੇ ਸਾਇੰਟਿਸਟ ਆ, ਕਲੀਨਿਕਲ ਸਾਇੰਟਿਸਟ ਆ, ਵਾਇਰਸ ਦੇ ਮਾਹਿਰ ਆ, ਤੇ ਜਿਹੜੇ ਇੰਜੀਨੀਅਰ ਆ ਉਹ ਵੀ ਹੈਗੇ ਇਹਦੇ ਵਿੱਚ ਸ਼ਾਮਿਲ। ਔਰ ਆਸਟ੍ਰੇਲੀਆ ਤੇ ਮੁਹਿੰਮ ਜਿਹੜੀ ਹੈਗੀ ਆ ਇਹ ਸ਼ੁਰੂ ਹੋਈ ਆ, ਤਾਂ ਉਹ ਕਹਿੰਦੇ ਆ ਵੀ ਇਹ 에ਅਰਬੋਰਨ ਹੋ ਸਕਦਾ, ਵੀ ਹਵਾ ਦੇ ਰਾਹ ਵੀ ਫੈਲ ਸਕਦਾ। ਇਹਦਾ ਇਹ ਗੱਲ ਹੋ ਗਈ ਵੀ ਉਹਨਾਂ ਦੇ ਅਨੁਸਾਰ ਵੀ ਵਾਇਰਸ ਆ ਥੋੜਾ ਲੰਬੇ ਦੂਰੀ ਤੱਕ ਜਾਂਦਾ। ਹੁਣ ਮੰਨ ਲਿੱਤਾ ਜਾਏ ਵੀ ਉਹ ਸਹੀ ਆ ਔਰ WHO ਗਲਤ ਆ, ਕਿਉਂਕਿ WHO ਅਜੇ ਵੀ ਸਟੈਂਡ ਲੈ ਕੇ ਬੈਠਾ ਵੀ ਇਹ ਡ੍ਰੌਪਲੇਟ ਤੋਂ ਹੀ ਫੈਲਦਾ। ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਰਿਵਿਊ ਕਰਾਂਗੇ। ਹੁਣ ਰਿਵਿਊ 'ਚ ਕਿੰਨੇ ਦਿਨ ਲੱਗਦੇ, ਕਿੰਨੇ ਹਫ਼ਤੇ ਲੱਗਦੇ, ਕਿੰਨੇ ਮਹੀਨੇ ਲੱਗਦੇ, ਸਾਨੂੰ ਨਹੀਂ ਪਤਾ। ਆਲਰੇਡੀ 6 ਮਹੀਨੇ ਤੋਂ ਉੱਤੇ ਹੋ ਗਿਆ ਅਸੀਂ ਕੋਵਿਡ ਨੂੰ ਦੇਖ ਰਹੇ ਹਾਂ। ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਫਿਰ ਪਰਤ ਕੇ ਆਈਏ, ਜੋ ਅਸੀਂ ਘੱਟ ਤੋਂ ਘੱਟ 6 ਫੁੱਟ ਦਾ ਡਿਸਟੈਂਸ ਰੱਖਿਆ ਫਾਸਲਾ, ਹੁਣ ਅੱਜ ਅਸੀਂ ਦੋਵੇਂ 8-10 ਫੁੱਟ ਤੇ ਹੈਗੇ ਆ। ਹੱਥ ਧੋਨੇ ਆ, ਮਾਸਕ ਪਾਉਂਦੇ ਜਦੋਂ ਬਾਹਰ ਜਾਂਦੇ ਆ, ਸੰਘਣੀ ਕਰਾਊਡ 'ਚ ਜਾਂ ਗੈਦਰਿੰਗ 'ਚ। ਉਹਨੇ ਕੈਨੇਡਾ ਨੂੰ ਤੇ ਹੈਲਪ ਕੀਤਾ। ਸੋ ਜੋ ਵੀ ਅਸੀਂ ਕੈਨੇਡਾ 'ਚ ਕੀਤਾ, ਸਾਡਾ ਸਕਸੈਸ ਰੇਟ ਤਾਂ ਬਹੁਤ ਵਧੀਆ। ਅਮਰੀਕਾ 'ਚ ਨਾ ਕਾਫੀ ਚੀਜ਼ਾਂ ਫੋਲੋ ਨਹੀਂ ਹੋਈਆਂ। ਅਨਲੌਕਡਾਊਨ ਛੇਤੀ ਹੋ ਗਿਆ ਉਹਨਾਂ ਦਾ, ਬਹੁਤ ਕਲੋਜ਼ ਉਹਨਾਂ ਨੇ ਬੀਚਿਸ ਦੇ ਵਿੱਚ, ਪਾਰਕਸ ਦੇ ਵਿੱਚ ਉਹਨਾਂ ਨੇ ਪਰਵਾਹ ਵੀ ਨਹੀਂ ਕੀਤੀ। ਉਹਨਾਂ ਨੇ ਕਿਹਾ ਨਹੀਂ ਅਸੀਂ ਕੁਛ ਨਹੀਂ ਲਿਸਨ ਕਰਨਾ। ਹੁਣ ਗੱਲ ਮੰਨ ਵੀ ਲਈਏ ਵੀ ਇਹ 에ਅਰਬੋਰਨ ਹੈਗਾ। 에ਅਰਬੋਰਨ ਦਾ ਅਰਥ ਹੁੰਦਾ ਵੀ ਹਵਾ ਦੇ ਵਿੱਚ ਫੈਲਾਅ ਦੇ ਵਿੱਚ ਜਾ ਸਕਦਾ। ਸਮਝੋ ਇੱਕ ਕਮਰਾ, ਉਹਦੇ ਵਿੱਚ ਮੈਨੂੰ ਕੋਵਿਡ ਸੀ, ਮੈਂ ਖੰਘਿਆ ਤੇ ਹਵਾ ਦੇ ਵਿੱਚ ਹੁਣ ਕੋਵਿਡ ਜਿਹੜਾ ਹੈਗਾ ਫਲੋਟ ਹੋ ਰਿਹਾ ਕੁਛ ਘੰਟਿਆਂ ਵਾਸਤੇ ਜੀ। ਹੁਣ ਅਗਰ ਹਵਾ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਹੈ ਉਸ ਏਰੀਆ ਦਾ ਵਧੀਆ, ਤਾਂ ਨਵੀਂ ਹਵਾ ਆਊਗੀ, ਪੁਰਾਣੀ ਚਲੀ ਜਾਊਗੀ। ਜਿੱਦਾਂ ਵਧੀਆ ਵਧੀਆ ਮਾਲਸ 'ਚ ਹੁੰਦਾ, ਬਿਲਡਿੰਗਾਂ 'ਚ ਹੁੰਦਾ। ਅਗਰ ਉਹ ਫਿਲਟਰੇਸ਼ਨ ਸਿਸਟਮ ਸਹੀ ਨਹੀਂ ਆ ਤਾਂ ਫਿਰ ਹਵਾ ਉੱਥੇ ਕਮਰੇ 'ਚ ਇਕੱਠੀ ਰਹਿ ਸਕਦੀ ਆ ਜੀ। ਸੋ ਇੱਕ ਥੋੜ੍ਹਾ ਜਿਹਾ ਰਿਸਕ ਹੋ ਸਕਦਾ। ਹੁਣ ਰਿਸਕ ਤਾਂ ਮਤਲਬ ਅਸੀਂ ਜਦੋਂ ਕਾਰ ਚਲਾਉਂਦੇ ਆ, ਐਕਸੀਡੈਂਟ ਹੋਣ ਦਾ ਰਿਸਕ ਤਾਂ ਉਦੋਂ ਵੀ ਹੈਗਾ। ਹੁਣ ਗੱਲ ਇੱਥੇ ਜਾ ਕੇ ਨਿਤੇਰੇ ਤੇ ਹੋਣੀ ਆ ਵੀ ਜਿਹੜੇ ਆਫਿਸ ਸਪੇਸ ਹੈਗੇ ਆ, ਵੱਡੀ ਬਿਲਡਿੰਗਾਂ ਹੈਗੀਆਂ ਜਾਂ ਮਾਲਸ ਹੈਗਾ, ਵੀ ਉਹਨਾਂ ਦਾ ਜਿਹੜਾ ਵੈਂਟੀਲੇਸ਼ਨ ਸਿਸਟਮ ਆ ਉਹ ਸਹੀ ਹੋਣਾ ਚਾਹੀਦਾ। ਉੱਥੇ ਫਿਲਟਰਸ ਹੋਣੇ ਚਾਹੀਦੇ ਆ, ਮੇ ਬੀ ਅਲਟਰਾਵਾਇਲਟ ਲਾਈਟ ਹੋਣੀ ਚਾਹੀਦੀ, ਕਿਉਂਕਿ ਉਹਦੇ ਨਾਲ ਵੀ ਕੋਵਿਡ ਜਿਹੜਾ ਹੈਗਾ ਉਹ ਵਿਨਾਸ਼ ਕੀਤਾ ਜਾ ਸਕਦਾ। ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਉੱਚ ਕੋਟੀ ਦੇ ਡਾਕਟਰ ਬੋਨੀ ਹੈਨਰੀ ਜੀ, ਜਿਨ੍ਹਾਂ ਨੂੰ CNN, ਨਿਊਯਾਰਕ ਟਾਈਮਸ 'ਚ ਵੀ ਪਬਲਿਸ਼ ਕੀਤਾ ਉਹਨਾਂ ਨੂੰ, ਔਰ ਦੁਨੀਆ ਸਲਾਮ ਕਰਦੀ ਹੈ ਕਿਉਂਕਿ ਉਹਦੇ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਘੱਟ ਸੰਤਾਪ ਅਸੀਂ ਭੋਗਿਆ ਜੀ। ਉਹ ਕਹਿੰਦੇ ਆ ਵੀ ਜਿੱਦਾਂ ਟੈਂਪੈਸਟ ਇਨ ਟੀ ਪੋਟ, ਇਹਦਾ ਅਰਥ ਹੁੰਦਾ ਵੀ ਇੱਕ ਚਾਹ ਦੀ ਕੇਟਲੀ 'ਚ ਚਾਹ ਪਾਈ ਆ ਤੇ ਉਹਦੇ ਵਿੱਚ ਹੁਣ ਤੂਫਾਨ ਹੋ ਜਾਏ, ਵੀ ਇਹੋ ਜਿਹੀ ਗੱਲ ਕਰ ਰਹੇ ਸਾਇੰਟਿਸਟ ਉਹਨਾਂ ਦੇ ਹਿਸਾਬ ਦੇ ਨਾਲ। ਸੋ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ। ਉਹ ਅਜੇ ਵੀ WHO ਦੇ ਬੈਕਿੰਗ 'ਚ ਹੈਗੇ ਆ ਵੀ ਇਹ ਡ੍ਰੌਪਲੇਟ ਤੋਂ ਹੁੰਦਾ, ਔਰ ਅਗਰ ਸਪੋਜ਼ ਮਾੜਾ ਮੋਟਾ ਹੋ ਵੀ ਜਾਂਦਾ, ਬਟ ਉਹ ਕਹਿੰਦੇ ਵੀ ਜਿਹੜੇ ਅਸੀਂ ਮੈਜਰਸ ਲਿਆ ਰਹੇ ਹਾਂ ਇਹ ਇਨਫ ਹੈਗੇ ਆ ਔਰ ਸਾਡੇ ਲਈ ਵਰਕ ਕਰ ਰਹੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ WHO ਕੀ ਸਟੈਂਡ ਲੈਂਦਾ ਸਾਨੂੰ ਵੇਟ ਕਰਨਾ ਪੈਣਾ। ਲੇਕਿਨ ਇਹ ਜਿਹੜੇ ਸਾਇੰਟਿਸਟ ਆ ਇਹਨਾਂ ਦੀ ਵੀ ਗੱਲ ਅਸੀਂ ਅਣਗੌਲੀ ਨਹੀਂ ਕਰ ਸਕਦੇ, ਕਿਉਂਕਿ ਇਹ ਰਿਸਰਚਰਸ ਨੇ, ਨਵੀਂ ਖੋਜਾਂ ਕਰਦੇ ਨੇ ਔਰ 32 ਦੇਸ਼ ਤੋਂ ਨੇ, ਇੱਦਾਂ ਨਹੀਂ ਵੀ ਇੱਕੋ ਸਾਇੰਟਿਸਟ ਨੇ। ਔਰ ਉਹਨਾਂ ਨੇ ਰਲ ਕੇ ਇਹ ਜਿਹੜਾ ਹੈਗਾ ਮਤਾ ਪਾਸ ਕਰਕੇ ਸਾਰਿਆਂ ਨੇ ਸਿਗਨੇਚਰ ਵੀ ਕੀਤੇ ਆ। ਸੋ ਇਹਦਾ ਮਤਲਬ ਇਹ ਹੋਇਆ ਵੀ 6 ਫੁੱਟ ਦੀ ਜਗ੍ਹਾ ਸਾਨੂੰ ਥੋੜ੍ਹਾ ਜਿਹਾ ਫਾਸਲਾ ਹੋਰ ਵਧਾ ਦਿੱਤਾ ਜਾਵੇ। ਔਰ ਕੈਨੇਡਾ ਇੰਨਾ ਖੁੱਲ੍ਹਾ, ਇੰਨਾ ਵੱਡਾ ਹੈਗਾ, 37 ਮਿਲੀਅਨ ਤਾਂ ਲੋਕ ਰਹਿੰਦੇ ਹਾਂ ਅਸੀਂ। ਸੋ 6 ਦੀ ਜਗ੍ਹਾ 7-8 ਫੁੱਟ ਕਰ ਲਓ, ਹੈ ਨਾ। ਸੋ ਕਹਿਣ ਦਾ ਮਤਲਬ ਸਾਨੂੰ ਪ੍ਰੈਕਟੀਕਲ ਹੋਣਾ ਚਾਹੀਦਾ, ਸੱਭਿਅ ਹੋਣਾ ਚਾਹੀਦਾ, ਸਾਨੂੰ ਵਰੀ ਨਹੀਂ ਕਰਨੀ ਚਾਹੀਦੀ ਜ਼ਿਆਦਾ। ਡਾਕਟਰ ਸਾਹਿਬ, ਇਹਦੇ ਬਾਰੇ ਕਨਫਿਊਜ਼ਨ ਬਹੁਤ ਆ। ਇਹ ਪਹਿਲੀ ਵਾਰੀ ਹੋਇਆ ਇੱਦਾਂ ਕਿ ਸਾਇੰਟਿਸਟ ਹੀ ਦੋ ਮਤ ਹੋਏ ਪਏ ਆ, ਲੋਕ ਆਪ ਸਧਾਰਨ ਬੰਦਾ ਕੀ ਸਮਝੇ। ਦੂਜੇ ਪਾਸੇ ਅਮਰੀਕਾ, WHO, ਚੀਨ, ਸਾਰਿਆਂ ਦੇ ਅਲੱਗ-ਅਲੱਗ ਇਹਦੇ ਬਾਰੇ ਧਾਰਨਾਵਾਂ ਆ। ਕੋਈ ਕਹਿੰਦੇ ਜਿਹੜੇ ਸਾਊਥ ਕੋਰੀਆ ਦੇ ਵਿੱਚ ਆ ਉਹ ਸਟ੍ਰੇਨ ਜਿਹੜੀ ਯੂਰਪ ਜਾਂ ਇੱਥੋਂ ਅਮਰੀਕਾ ਤੋਂ ਆਈ ਆ, ਉਹ ਚਾਈਨਾ ਵਾਲੀ ਨਹੀਂ ਆ। ਕੁਛ ਲੋਕ ਕਹਿੰਦੇ ਆ ਵੀ ਇਹ ਜਦੋਂ ਤੁਸੀਂ ਵੈਕਸੀਨ ਕੱਢ ਵੀ ਲਈ ਇਹਦੀ, ਉਹਦੇ ਤੋਂ ਬਾਅਦ ਇਹਨੇ ਮਿਊਟੇਟ ਹੋ ਜਾਣਾ, ਉਹ ਵੈਕਸੀਨ ਨੇ ਅਸਰ ਨਹੀਂ ਕਰਨਾ। ਕਈ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਜਿਹੜੇ ਮਮਸ, ਮੀਜ਼ਲਸ, ਰੁਬੈਲਾ, ਇਹ ਸਾਰੀ ਦੀ ਵੈਕਸੀਨ ਲਾਈ ਜਾਂਦੀ ਹੈ, ਉਹਦੇ ਬਾਵਜੂਦ ਵੀ ਕੇਸ ਜਿਹੜੇ ਸਾਹਮਣੇ ਆ ਜਾਂਦੇ ਆ। ਦੇਖੋ ਗੱਲ ਇੱਦਾਂ ਵੀ ਜਿਹੜਾ ਵਾਇਰਸ ਤੁਰਿਆ ਸੀ ਚਾਈਨਾ ਤੋਂ, ਵੂਹਾਨ ਤੋਂ, ਇਹਨੇ 33 ਵਾਰ ਮਿਊਟੇਸ਼ਨ ਕਰ ਚੁੱਕਿਆ, 33 ਵਾਰ ਆਪਣਾ ਮੂੰਹ ਮਾਂਦਰਾ ਬਦਲ ਚੁੱਕਿਆ। ਜੈਨੇਟਿਕ ਕੋਡ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਐਡੇਨੋਸਿਨ, ਸਾਈਟੋਸਿਨ, ਥਾਈਮਿਨ ਤੇ ਗੁਆਇਨਿਨ ਹੁੰਦੇ, ਜਿਹੜੇ ਪ੍ਰੋਟੀਨ ਹੁੰਦੇ। ਜਿਹੜਾ ਹੁਣ ਸਾਇੰਟਿਸਟ ਕਹਿ ਰਹੇ ਇਸ ਵਾਰੀ ਜਿਹੜਾ ਨਾਰਥ ਅਮਰੀਕਾ 'ਚ ਚੱਲ ਰਿਹਾ ਸਟ੍ਰੇਨ, ਉਹ G614 ਹੈਗਾ, ਉਹਦਾ ਨਾਂ ਰੱਖਿਆ। ਅੱਛਾ ਜੀ। ਗੁਆਨਿਨ 614, ਔਰ ਉਹਦੇ ਕਰਕੇ ਇਹਦੇ ਸਪਾਈਕ ਜ਼ਿਆਦਾ ਬਣਦੇ ਆ।
ਜੀ। ਸਪਾਈਕ ਜ਼ਿਆਦਾ ਬਣੇ ਤੇ ਮੀਨਸ ਵਾਇਰਸ ਜ਼ਿਆਦਾ ਲੌਕ ਕਰ ਸਕਦਾ, ACE2 ਰਿਸੈਪਟਰਸ ਦੇ ਨਾਲ ਜ਼ਿਆਦਾ ਆਪਣਾ ਵਾਇਰਸ ਪਾਰਟੀਕਲ ਸੈੱਲ ਦੇ ਵਿੱਚ ਭੇਜ ਸਕਦਾ। ਹੁਣ ਇਹ ਵਾਇਰਸ ਜਿਹੜਾ ਹੈਗਾ ਹੋਰ ਵਾਇਰਸ ਦੀ ਨਿਆਈ ਵੀ ਚੱਲਦਾ, ਕਿਉਂਕਿ ਸਾਰੇ ਵਾਇਰਸ ਮਿਊਟੇਟ ਕਰਦੇ ਆ। ਸਾਡਾ ਫਲੂ ਦਾ ਵਾਇਰਸ ਹੈਗਾ, ਸਾਨੂੰ ਪਤਾ ਹਰ ਸਾਲ ਮਿਊਟੇਟ ਕਰਦਾ, ਇਸ ਲਈ ਹਰ ਸਾਲ ਸਾਨੂੰ ਫਲੂ ਸ਼ਾਟ ਨਵਾਂ ਬਣਾਉਣਾ ਪੈਂਦਾ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਿਹੜੀ ਪ੍ਰੀਲਿਮਿਨਰੀ ਸਟੱਡੀਜ਼ ਆ ਰਹੀਆਂ ਉਹ 'ਚ ਸ਼ੋਅ ਕਰਦਾ ਵੀ 2 ਤੋਂ 3 ਮਹੀਨੇ ਤੱਕ ਐਂਟੀਬੋਡੀਜ਼ ਲਾਸਟ ਕਰਦੀਆਂ। ਔਰ ਜਿਹੜੇ ਟੀਕੇ ਵੀ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੀਲਿਮਿਨਰੀ ਟ੍ਰਾਇਲ 'ਚ ਦੱਸ ਰਹੇ ਆ ਵੀ ਜਿਹੜੇ ਬਜ਼ੁਰਗ ਆ 60+, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਐਂਟੀਬੋਡੀਜ਼ ਨਹੀਂ ਬਣਾ ਰਿਹਾ। ਸੋ ਵੱਖ-ਵੱਖ ਵਾਇਰਸ ਦੇ ਪਾਰਟੀਕਲ ਨੂੰ ਲੈ ਕੇ ਟੀਕੇ ਜਾਂ ਵੈਕਸੀਨ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਆ। ਜਿਹੜਾ ਆਕਸਫੋਰਡ ਦਾ ਹੈਗਾ ਜਾਂ ਕੈਨਸਾਈਨੋ ਜਿਹੜਾ ਕੈਨੇਡਾ ਜਿਹਦੇ ਨਾਲ ਸੰਧੀ ਆ, ਚਾਈਨਾ ਦੀ ਕੰਪਨੀ, ਉਹ ਐਡੀਨੋ ਵਾਇਰਸ ਦਾ ਮਟੀਰੀਅਲ ਲੈ ਕੇ ਵੈਕਸੀਨ ਬਣਾ ਰਿਹਾ, ਉਹਦੇ ਨਾਲ ਰਲਦਾ ਮਿਲਦਾ। ਔਰ ਜਿਹੜਾ ਮੋਡਰਨਾ ਹੈ ਉਹ ਮੈਸੇਂਜਰ RNA ਹੁੰਦਾ ਪਾਰਟੀਕਲ 172, ਉਹਦੇ ਉੱਤੇ ਬਣਾ ਰਿਹਾ। ਸੋ ਕਿਸੇ ਨਾ ਕਿਸੇ ਨੂੰ ਤਾਂ ਸਕਸੈਸ ਮਿਲੂਗੀ ਔਰ ਜ਼ਰੂਰ ਮਿਲੂਗੀ, ਲੇਕਿਨ ਗੱਲ ਇਹ ਹੋਣੀ ਆ ਵੀ ਵੈਕਸੀਨ ਦਾ ਅਸਰ ਕਿੰਨੇ ਟਾਈਮ ਤੱਕ ਰਹੂਗਾ। ਕੀ ਇਹ ਹਰ ਸਾਲ ਲਾਉਣੀ ਪਊਗੀ ਜਿੱਦਾਂ ਫਲੂ ਸ਼ਾਟ ਲਾਉਂਦੇ ਆ? ਕਿਉਂਕਿ ਮੈਨੂੰ ਲੱਗਦਾ ਵੀ ਕਰੋਨਾ ਨੇ ਜਾਂ ਕੋਵਿਡ ਨੇ ਜਾਣਾ ਨਹੀਂ ਹੈ, ਸਾਨੂੰ ਇਹਦੇ ਨਾਲ ਜੂਝਣਾ ਪੈਣਾ ਬਹੁਤ ਲੰਬੇ ਅਰਸੇ ਤੱਕ ਔਰ ਹੌਲੀ ਹੌਲੀ ਅਸੀਂ ਹੋਰ ਸਿੱਖਾਂਗੇ, ਸੱਭਿਅ ਹੋਵਾਂਗੇ। ਦੂਜੀ ਗੱਲ ਤੁਸੀਂ ਕਹੀ ਸੀ ਵੀ ਜਿਹੜੇ ਮਾਹਿਰ ਨੇ, ਸਾਇੰਟਿਸਟ ਨੇ, ਉਹ ਦੋ ਫਾੜ ਹੋਏ ਪਏ ਆ। ਕਈ WHO ਦੀ ਗੱਲ ਮੰਨਦੇ ਆ, ਕਈ ਨਹੀਂ ਮੰਨਦੇ। ਹੁਣ ਦੋ ਚੀਜ਼ਾਂ, ਜਿਹੜੀ ਕੰਟਰੀਜ਼ ਜਿੱਦਾਂ ਤਾਇਵਾਨ ਆ, ਸਿੰਗਾਪੁਰ ਆ, ਇਹ WHO ਦੀ ਗੱਲ ਨਹੀਂ ਮੰਨਦੀ ਔਰ ਵਾਕਈ ਤੁਸੀਂ ਦੇਖੋ ਉੱਥੇ ਕੇਸਿਸ ਘੱਟ ਨੇ, ਉੱਥੇ ਡੈਥ ਵੀ ਘੱਟ ਆ। ਸਭ ਤੋਂ ਘੱਟ ਡੈਥ ਹੋਈ ਜਾਪਾਨ ਦੇ ਵਿੱਚ, ਲੇਕਿਨ ਉੱਥੇ ਲੋਕੀ ਬੜੇ ਸੱਭਿਅ ਆ। ਜਦੋਂ ਨਾ ਅਰਥਕੁਏਕ ਵੀ ਹੋਈਆਂ ਸੀ ਉਦੋਂ ਵੀ ਉਹਨਾਂ ਦਾ ਰਾਸ਼ਨ ਮੁੱਕ ਗਿਆ, ਪੈਟਰੋਲ ਮੁੱਕ ਗਿਆ ਸੀ, ਲਾਈਨ ਲਾ ਕੇ ਉਹਨਾਂ ਨੇ 1-1 ਲੀਟਰ 2-2 ਲੀਟਰ ਪੈਟਰੋਲ ਲਿੱਤਾ ਸੀ। ਕੋਈ ਲੜਾਈ ਨਹੀਂ ਹੋਈ, ਕੋਈ ਮਾਲ ਨਹੀਂ ਲੁੱਟੇ ਗਏ, ਨਹੀਂ ਤਾਂ ਦੂਜੀ ਜਗ੍ਹਾ 'ਤੇ ਹਫੜਾ ਦਫੜੀ ਪੈ ਜਾਂਦੀ ਹੈ। ਸੋ ਬੁੱਧਿਸਟ ਧਰਮ ਨੂੰ ਬਿਲੋਂਗ ਕਰਦੇ ਹੋ, ਉਹ ਬਹੁਤ ਸੱਭਿਅ ਆ, ਉਹਨਾਂ ਦਾ ਇੰਟਰਨਲ ਫਿਕਸਚਰ ਬਹੁਤ ਹੈਗਾ ਇੰਪਰੂਵਡ। ਹੁਣ ਸਾਇੰਟਿਸਟ ਜਿਹੜੇ ਹੈਗੇ ਆ ਇਹਦੇ ਵਿੱਚ ਕਈ ਕੈਸ਼ ਇਨ ਕਰਨਾ ਚਾਹੁੰਦੇ ਵੀ ਮੇਰੀ ਰਿਸਰਚ ਤੁਹਾਡੇ ਨਾਲੋਂ ਵਧੀਆ ਆ, ਮੈਂ ਰਿਸਰਚ ਕੀਤੀ ਆ। ਪ੍ਰੋਬਲਮ ਇਹ ਖੜੀ ਹੁੰਦੀ ਵੀ ਜਿਹੜੀ ਆਪਾਂ ਲੈਬ 'ਚ ਕਈ ਵਾਰ ਰਿਸਰਚ ਕਰਦੇ ਹਾਂ ਕਲੀਨਿਕਲੀ ਅਪਲਾਈ ਨਹੀਂ ਹੁੰਦੀ। ਸੋ ਕਲੀਨਿਕਲੀ ਆਪਾਂ ਨੂੰ ਦੇਖਣਾ ਪੈਣਾ। ਹੁਣ ਗੱਲ ਤਾਂ ਇਹ ਆ ਵੀ ਹੁਣ ਮਰੀਜ਼ ਤੁਹਾਡੇ ਕੋਲ ਆਇਆ, ਉਹਦਾ ਇਲਾਜ ਕਰਨਾ ਪੈਣਾ ਬਜਾਏ ਕਿ ਆਪਾਂ ਲੈਬ ਦਾ ਇਲਾਜ ਕਰੀਏ। ਕਈ ਵਾਰ ਲੈਬਾਈਟਿਸ ਕਰਕੇ ਵੀ ਇੱਕ ਟਰਮ ਅਸੀਂ ਯੂਜ਼ ਕਰਦੇ ਹਾਂ ਵੀ ਅਗਰ ਉਹਦਾ ਪੋਟੈਸ਼ੀਅਮ 5.0 ਦੀ ਜਗ੍ਹਾ 5.1 ਆ ਤਾਂ ਉਹਦਾ ਇਲਾਜ ਕਰਨ ਦੀ ਲੋੜ ਨਹੀਂ ਹੈਗੀ। ਪੇਸ਼ੈਂਟ ਦਾ ਇਲਾਜ ਦੇਖੋ, ਪੇਸ਼ੈਂਟ ਕਿੱਦਾਂ, ਹੈ ਨਾ। ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਲੈਬ 'ਚ ਡਿਫਰੈਂਟ ਮਿਲਦੀਆਂ ਔਰ ਕਲੀਨਿਕਲੀ ਉਹਦਾ ਐਪਲੀਕੇਸ਼ਨ ਡਿਫਰੈਂਟ ਹੁੰਦਾ। ਲੇਕਿਨ ਮੈਂ ਕਹੂੰਗਾ ਵੀ ਇਹ ਜ਼ਰੂਰ ਗੱਲ ਮੰਨੂਗਾ ਵੀ ਵਾਦ ਵਿਵਾਦ ਬਹੁਤ ਚੱਲਿਆ ਔਰ ਅਜੇ ਥੋੜ੍ਹਾ ਹੋਰ ਚੱਲੂਗਾ ਜਦੋਂ ਤੱਕ ਵੈਕਸੀਨ ਨਹੀਂ ਆਉਂਦਾ। ਵੈਕਸੀਨ ਦੇ ਉੱਤੇ ਵਾਦ ਵਿਵਾਦ ਹੋਊਗਾ ਵੀ ਮੇਰੀ ਚੰਗੀ ਹੈ, ਤੁਹਾਡੀ ਨਹੀਂ ਚੰਗੀ, ਮੇਰੀ ਇਮਿਊਨਿਟੀ ਜ਼ਿਆਦਾ ਦਿੰਦੀ, ਤੁਹਾਡੀ ਨਹੀਂ ਦਿੰਦੀ, ਬੜਾ, ਕਿਉਂਕਿ ਇਹਦੇ ਵਿੱਚ ਬਿਲੀਅਨਸ ਆਫ ਡਾਲਰ ਵੀ ਇਨਵੈਸਟਡ ਹੈਗੇ। ਲੋਕ ਕੀ ਕਰਨ ਡਾਕਟਰ ਸਾਹਿਬ ਇਸ ਵੇਲੇ? ਮੰਨ ਲਓ ਆਪਾਂ BC 'ਚ ਬੈਠੇ ਹਾਂ, ਇੱਥੇ ਕੈਨੇਡਾ ਦੇ ਵਿੱਚ ਸਾਡੇ ਲੋਕ ਹੈਗੇ ਆ, ਮਾਸਕ ਪਾਉਣਾ ਟੋਰਾਂਟੋ ਦੇ ਵਿੱਚ ਉਹਨਾਂ ਨੇ ਜ਼ਰੂਰੀ ਕਰ ਦਿੱਤਾ। ਜੀ। ਇੱਥੇ ਤਾਂ ਲੱਗਣ ਲੱਗ ਪਿਆ ਵੀ ਇਹ ਗੱਲ ਪਹਿਲਾਂ ਦੀ ਸੀਗੀ, ਆਈ ਗਈ ਹੋ ਗਈ, ਹੁਣ ਸਾਰਾ ਕੁਝ ਖੁੱਲ੍ਹ ਗਿਆ, ਲੋਕ ਬਾਹਰ ਜਾਣ ਲੱਗ ਪਏ। ਕੀ ਇੱਥੇ ਠੀਕ ਆ ਹੁਣ? ਦੇਖੋ ਵਾਇਰਸ ਗਿਆ ਨਹੀਂ ਆ, ਵਾਇਰਸ ਅਜੇ ਵੀ ਹੈਗਾ ਕਮਿਊਨਿਟੀ 'ਚ। ਇਹ ਇੱਦਾਂ ਹੋ ਸਕਦਾ ਦੁਬਾਰਾ ਇੱਥੇ ਫੇਰ ਆ ਜੀ? ਸਾਰੇ ਕਹਿੰਦੇ ਸੈਕਿੰਡ ਵੇਵ ਆਊਗੀ, ਜਿੱਦਾਂ ਡਾਕਟਰ ਐਂਥਨੀ ਫੌਸੀ ਵੀ ਕਹਿੰਦੇ ਆ, ਡਾਕਟਰ ਬੌਨੀ ਹੈਨਰੀ ਵੀ ਕਹਿੰਦੇ ਆ। ਲੇਕਿਨ ਇਹ ਸਾਰੇ ਉਦੋਂ ਪੈਦਾ ਨਹੀਂ ਹੋਏ ਸੀ ਜਦੋਂ ਸਪੈਨਿਸ਼ ਫਲੂ ਹੋਇਆ ਸੀ। ਅਸੀਂ ਤਾਂ ਬੁੱਕਾਂ ਪੜ੍ਹ ਕੇ ਕਹਿ ਰਹੇ ਹਾਂ ਨਾ। ਜੀ। ਉਹ ਗੱਲ ਅਸੀਂ ਹਿਸਟੋਰੀਕਲ ਰੈਫਰੈਂਸ ਪੁਆਇੰਟ ਉਹੀ ਆ ਵੀ ਜਿਹੜਾ ਸਪੈਨਿਸ਼ ਫਲੂ ਅੱਜ ਤੋਂ 100 ਸਾਲ ਪਹਿਲਾਂ ਹੋਇਆ ਉਹਦੇ ਵਿੱਚ ਕਰੀਬਨ 4 ਵੇਵਸ ਆਈਆਂ ਸੀ। ਜਿਹੜਾ ਸੈਕਿੰਡ ਵੇਵ ਹੈ ਉਹ ਸਪੈਨਿਸ਼ ਫਲੂ ਦੀ, ਉਹ ਬਹੁਤ ਘਾਤਕ ਸੀ ਕਿਉਂਕਿ ਲੋਕੀ ਸੋਚਣ ਲੱਗ ਪਏ ਸੀ ਵੀ ਸਾਰਾ ਕੁਝ ਠੀਕ ਹੋ ਗਿਆ। ਸੋ ਉਹਨਾਂ ਨੇ ਕੋਈ ਪ੍ਰੀਕਾਸ਼ਨਸ ਨਹੀਂ ਲਿੱਤੀਆਂ ਸੀ। ਲੇਕਿਨ ਸਾਨੂੰ ਅਜੇ ਵੀ ਇਹ ਅਜ਼ਿਊਮ ਕਰਨਾ ਚਾਹੀਦਾ ਵੀ ਕੋਵਿਡ ਹੈਗਾ, ਸਾਨੂੰ ਸੱਭਿਅ ਰਹਿਣਾ ਚਾਹੀਦਾ। ਡਿਸਟੈਂਸ ਜ਼ਰੂਰ ਰੱਖੋ 6 ਤੋਂ 8 ਫੁੱਟ, ਜਿੰਨਾ ਤੁਸੀਂ ਰੱਖ ਸਕਦੇ ਹੋ ਵੱਧ ਤੋਂ ਵੱਧ। ਉਸ ਤੋਂ ਮਾਸਕ ਪਾਓ, ਬਾਹਰ ਜਾਂਦੇ ਨਾਨ ਮੈਡੀਕਲ ਮਾਸਕ, ਹੱਥ ਤੋਂ ਸਾਬਣ ਔਰ ਪਾਣੀ ਦੇ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ, ਔਰ ਸੰਘਣੀ ਕਰਾਊਡ ਦੇ ਵਿੱਚ ਨਾ ਜਾਓ, ਅਵੋਇਡ ਕਰੋ। ਡਾਕਟਰ ਸਾਹਿਬ ਜਿਹੜਾ ਇੱਕ ਇਹਦੇ ਨਾਲ ਹੀ ਅਸੀਂ ਜਿੱਥੇ ਕੋਵਿਡ ਬਾਰੇ ਗੱਲਬਾਤ ਕੀਤੀ ਆ, ਐਲਰਜੀਜ਼ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਸਾਡੇ ਦਰਸ਼ਕ ਖਾਸ ਕਰ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਛਿੱਕਾਂ ਆਈ ਜਾਂਦੀਆਂ ਜੀ ਜਾਂ ਨੱਕ ਬੰਦ ਹੋ ਜਾਂਦਾ ਜੀ ਹੋਰ ਕਈ ਜਿਹੜੇ ਸਿੰਪਟਮ, ਜਿਹੜੀ ਰੈਸ਼ਜ਼ ਹੋ ਜਾਂਦੇ ਆ, ਜਾਂ ਖਾਸ ਕਰ ਜਿਹੜੀ ਨੱਕ ਦੀ ਪ੍ਰੋਬਲਮ ਆ, ਉਹ ਕਹਿੰਦੇ ਡਾਕਟਰ ਦੇ ਦਿੰਦੇ ਆ ਇੱਕ ਦਵਾਈ ਜਿਹੜੀ ਨੱਕ 'ਚ ਪਾ ਲਓ, ਜਿੰਨਾ ਚਿਰ ਉਹ ਪਾ ਲੈਂਦੇ ਆ ਉਹ ਖੁੱਲ੍ਹਿਆ ਰਹਿੰਦਾ, ਮੁੜ ਕੇ ਫੇਰ ਉਹ ਉਹੀ ਹਾਲ ਹੋ ਜਾਂਦਾ। ਇਹ ਕੀ ਇਸ ਵੇਲੇ ਮੌਸਮ 'ਚ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ? ਕਈ ਅੰਦਰੋਂ ਬਾਹਰ ਨਹੀਂ ਨਿਕਲਦੇ, ਉਹਨਾਂ ਨੂੰ ਘਰ ਦੇ ਅੰਦਰ ਹੀ ਇਹ ਪ੍ਰੋਬਲਮ, ਨੱਕ ਬੰਦ ਹੋ ਜਾਂਦਾ। ਇਹ ਕੀ ਆ ਔਰ ਇਹਦਾ ਕੋਈ ਟੈਸਟ ਹੋ ਸਕਦਾ ਬੰਦੇ ਨੂੰ ਪਤਾ ਲੱਗ ਜੇ ਵੀ ਮੈਨੂੰ ਇਸ ਚੀਜ਼ ਤੋਂ ਅਲਰਜੀ ਆ ਤੇ ਮੈਂ ਬਚ ਲਾਂ? ਜੀ ਮੈਂ ਵੀ ਦੇਖ ਰਿਹਾ, ਕਾਫੀ ਬੱਚਿਆਂ ਨੂੰ ਦੇਖ ਰਿਹਾ। ਹੁਣ ਕਲੀਨਿਕ ਖੁੱਲ੍ਹ ਗਿਆ ਤਾਂ ਬੱਚੇ ਆ ਰਹੇ ਆ ਸੇਮ ਸਿੰਪਟਮਸ ਲੈ ਕੇ।
ਇਹਨੂੰ ਕਹਿੰਦੇ ਸੀਜ਼ਨਲ ਐਲਰਜੀ ਜੀ ਜਾਂ ਇਹਨੂੰ ਆਪਾਂ 에ਅਰਬੋਰਨ ਐਲਰਜੀ ਵੀ ਕਹਿੰਦੇ ਮੈਡੀਕਲ ਟਰਮੀਨੋਲੋਜੀ 'ਚ। ਹੁਣ ਜਿਹੜਾ ਘਾਹ ਅਸੀਂ ਜਿੱਥੇ ਬੈਠੇ ਹਾਂ, ਇਹ ਘਾਹ ਹੈਗਾ ਟਿਮੋਥੀ, ਇਹਦਾ ਨਾਂ ਹੈਗਾ TIMOTHY। ਅੱਛਾ ਜੀ। ਇਹ BC 'ਚ ਬਹੁਤਾ ਇਹੀ ਹੁੰਦਾ। ਔਰ 4 ਕਿਸਮ ਦੇ ਦਰਖਤ ਹੁੰਦੇ BC 'ਚ, ਐਲਡਰ, ਐਸ਼, ਬਰਸ਼ ਤੇ ਓਕ। ਓਕੇ। ਸੋ ਸਾਰਿਆਂ ਦਾ ਪੋਲਨ ਬਣਦਾ, ਜਿਹੜਾ ਪਰਾਗ ਹੈਗਾ ਪੋਲੀਨੇਸ਼ਨ ਕਰਕੇ ਉਹਨਾਂ ਦੀ ਗਾਂ ਨਸਲ ਜਿਹੜੀ ਹੈਗੀ ਚਲਦੀ ਆ। ਸੋ ਜਿਹੜਾ ਪੋਲਨ ਹੈਗਾ ਉਹ ਕਈਆਂ ਨੂੰ ਐਲਰਜੀ ਦਿੰਦਾ, ਜਿੱਦਾਂ ਛਿੱਕਾਂ ਆਉਣੀਆਂ, ਨੱਕ 'ਚ ਖਰਾਸ਼ ਹੋਣਾ, ਨੱਕ ਵਗਣਾ, ਨੱਕ ਸਟਫੀ ਹੋ ਜਾਣਾ, ਨੱਕ ਬੰਦ ਹੋ ਜਾਣਾ, ਰਾਤ ਨੂੰ ਘਰਾੜੇ ਵੱਜਣ ਲੱਗ ਪੈਣੇ, ਅੱਖਾਂ ਲਾਲ ਹੋ ਜਾਣੀਆਂ, ਅੱਖਾਂ ਤੋਂ ਪਾਣੀ ਆਈ ਜਾਣਾ, ਅੱਖਾਂ ਮਲਣੀਆਂ ਪੈਣੀਆਂ, ਗਲੇ 'ਚ ਖਰਾਸ਼ ਹੋਣੀ, ਖੰਘ ਹੋਣੀ, ਰੈਸ਼ਿਸ਼ ਹੋ ਜਾਣੇ। ਇਹ ਸਾਰੇ ਮੋਸਟਲੀ ਸੀਜ਼ਨਲ ਐਲਰਜੀ ਦੇ ਲੱਛਣ ਹੈਗੇ ਆ। ਅਗਰ ਸਮਝੋ ਨੱਕ ਤੁਹਾਡਾ 12 ਮਹੀਨੇ ਹੀ ਸਟਫੀ ਰਹਿੰਦਾ, ਛਿੱਕਾਂ ਆਉਂਦੀਆਂ, ਤੁਸੀਂ ਘਰ ਦੇ ਵਿੱਚ ਹੀ ਬਹੁਤ ਤਾਂ ਡਸਟ ਮਾਈਟ ਦੀ ਐਲਰਜੀ ਵੀ ਹੋ ਸਕਦੀ ਆ। ਇਹ ਕੀ ਹੁੰਦਾ ਜੀ? ਡਸਟ ਮਾਈਟ ਇੱਕ ਛੋਟਾ ਜਿਹਾ ਕੀੜਾ ਹੁੰਦਾ ਜਿਹੜਾ ਮਾਈਕਰੋਸਕੋਪ ਦੇ ਨਾਲ ਦੇਖਣਾ ਪੈਂਦਾ। ਇਹ ਸਾਡੇ ਮੈਟਰਸ ਔਰ ਪਿਲੋ 'ਚ ਆ ਜਾਊਗਾ, ਭਾਵੇਂ ਨਵਾਂ ਵੀ ਲਓਗੇ ਤਾਂ ਅਸੀਂ ਜਿਹੜੇ ਸ਼ਾਰਟ ਕਾਟਨ ਦੇ ਪਾਉਂਦੇ ਉਹ 'ਚ ਮਾਈਕਰੋਸਕੋਪਿਕ ਹੋਲ ਹੁੰਦੇ ਆ, ਉਸ ਤੋਂ ਤੇ ਬਾਹਰ ਆ ਸਕਦਾ ਹੈ ਨਾ। ਸੋ ਇਹਦੇ ਲਈ ਦੇਖੋ, ਭਾਵੇਂ ਸੀਜ਼ਨਲ ਐਲਰਜੀ ਆ ਜਾਂ ਡਸਟ ਮਾਈਟ ਦੀ ਐਲਰਜੀ ਆ, ਪਰ ਜਦੋਂ ਡਾਕਟਰ ਕੋਲ ਜਾਓਗੇ, ਡਾਕਟਰ ਤੁਹਾਡੀ ਹਿਸਟਰੀ ਲਊਗਾ, ਐਗਜ਼ਾਮਿਨ ਕਰੂਗਾ, ਔਰ ਉਹਦੇ ਬਾਅਦ ਬੜਾ ਸੌਖਾ ਚਮੜੇ ਦੇ ਉੱਤੇ ਐਲਰਜੀ ਟੈਸਟ ਆਪਾਂ ਕਰਕੇ ਪਤਾ ਕਰ ਸਕਦੇ ਹਾਂ ਤੁਹਾਨੂੰ ਘਾਹ ਤੋਂ ਆ, ਦਰਖਤ ਤੋਂ ਆ, ਡਸਟ ਮਾਈਟ ਤੋਂ ਆ। ਸੋ ਸਮਝੋ ਉਹਦੇ ਨਾਲ ਪਤਾ ਲੱਗ ਜਾਂਦਾ ਡਾਕਟਰ ਸਾਹਿਬ? ਹਾਂ, ਰਾਈਟ ਅਵੇ ਉਸੇ ਟਾਈਮ 15 ਮਿੰਟ 'ਚ। ਜਿਹੜੇ ਨਾ ਇੱਥੇ ਜਦੋਂ ਆਪਾਂ ਟੈਸਟਿੰਗ ਕਰਦੇ ਹਾਂ, ਇੱਥੇ ਜਦੋਂ ਧੱਫੜ ਵੰਗਰ ਹੋਣੇ ਸ਼ੁਰੂ ਹੋ ਜਾਂਦੇ, ਅਗਰ 10 ਮਿਲੀਮੀਟਰ ਤੋਂ ਮੋਟਾ ਧੱਫੜ ਹੋਇਆ ਲਾਲ, ਇਹਦਾ ਮਤਲਬ ਡੈਫੀਨੇਟਲੀ ਐਲਰਜੀ ਹੈਗੀ ਹੈ। ਅਗਰ 6-7 ਵੀ ਹੋਇਆ, ਲੱਛਣ ਹੈਗੇ ਆ, ਤਾਂ ਵੀ ਆਪਾਂ ਕਹਾਂਗੇ ਵੀ ਐਲਰਜੀ ਸੰਭਾਵਨਾ ਹੈਗੀ ਹੈ ਨਾ। ਇਹ ਟੈਸਟ ਇਹਦੀ ਪੇਡ ਹੁੰਦਾ ਜਾਂ ਇਹ ਫ੍ਰੀ ਹੁੰਦਾ MSP ਜੀ? ਨਹੀਂ, ਇਹ ਕਵਰਡ ਹੈਗਾ, MSP ਕਵਰਡ ਕਰਦੀ ਹੈ, ਲੇਕਿਨ ਫੈਮਿਲੀ ਡਾਕਟਰ ਸਮਰੱਥ ਆ, ਉਹਨਾਂ ਨੂੰ ਸਪੈਸ਼ਲਿਸਟ ਕੋ ਭੇਜਣਾ ਪੈਂਦਾ। ਸੋ ਸਪੈਸ਼ਲਿਸਟ ਟੈਸਟ ਕਰਦੇ ਆ, ਮੈਂ ਵੀ ਕਰਦਾ, ਐਲਰਜੀ ਸਪੈਸ਼ਲਿਸਟ ਵੀ ਕਰਦੇ ਆ। ਸੋ ਸਾਰੇ ਫੈਮਿਲੀ ਡਾਕਟਰਾਂ ਕੋ ਉਹ ਸੁਵਿਧਾ ਨਹੀਂ ਹੈਗੀ ਵੀ ਚਮੜੇ ਦੇ ਉੱਤੇ ਉਹ ਲਾ ਕੇ ਚੈੱਕ ਕਰ ਸਕਣ। ਦੂਜਾ ਗੱਲ, ਕਿਉਂਕਿ ਇਹਦੇ ਵਿੱਚ ਰਿਸਕ ਵੀ ਇਨਵੋਲਵਡ ਆ, ਕਈਆਂ ਨੂੰ ਟੈਸਟ ਕਰਦੇ ਕੋਈ ਰਿਐਕਸ਼ਨ ਜ਼ਿਆਦਾ ਹੋ ਗਿਆ ਤਾਂ ਤੁਹਾਡੇ ਕੋਲ ਉਹ ਲਾਈਫ ਸੇਵਿੰਗ ਸਾਰੀਆਂ ਦਵਾਈਆਂ, ਆਕਸੀਜਨ ਸਿਲੰਡਰ ਵਗੈਰਾ ਹੋਣਾ ਚਾਹੀਦਾ, ਵੀ ਐਨਾਫਿਲੈਕਸਿਸ ਜਿਹਨੂੰ ਆਪਾਂ ਕਹਿੰਦੇ ਆ ਨਾ। ਤੀਜਾ, ਵੇਟਿੰਗ ਟਾਈਮ ਵੀ ਹੈਗਾ 15-20 ਮਿੰਟ, ਕਿਉਂਕਿ ਕਈ ਵਾਰ ਫੈਮਿਲੀ ਡਾਕਟਰ ਦੇ ਆਫਿਸ 'ਚ ਇੰਨਾ ਟਾਈਮ ਵੀ ਨਹੀਂ ਹੁੰਦਾ ਉਹਨਾਂ ਕੋਲ ਵੀ ਅੱਧਾ ਘੰਟਾ 1 ਘੰਟਾ ਇੱਕ ਪੇਸ਼ੈਂਟ ਦੇ ਲਈ ਟਾਈ ਅਪ ਹੋਣ। ਸੋ ਜਦੋਂ ਆਪਾਂ ਚਮੜੇ 'ਤੇ ਚੈੱਕ ਕਰੀਦਾ, ਉਹਦੇ ਨਾਲ ਪਤਾ ਲੱਗ ਜਾਂਦਾ ਰਾਈਟ ਹੋਏ ਵੀ ਇਹਨੂੰ ਘਾਹ ਤੋਂ ਐਲਰਜੀ ਆ, ਦਰਖਤ ਤੋਂ ਐਲਰਜੀ ਆ, ਡਸਟ ਮਾਈਟ ਤੋਂ ਐਲਰਜੀ ਆ ਨਾ। ਇਹ ਮੈਂ ਰੋਕ ਰਿਹਾ, ਮਾਫੀ ਚਾਹੁੰਦਾ, ਖਾਣ ਵਾਲੀਆਂ ਚੀਜ਼ਾਂ ਤੋਂ ਵੀ ਪਤਾ ਲੱਗ ਜਾਂਦਾ ਵੀ ਇਹਨੂੰ ਨਟਸ ਤੋਂ ਐਲਰਜੀ ਆ ਜਾਂ ਫਲਾਣੀ ਚੀਜ਼ ਤੋਂ? ਹਾਂਜੀ, ਉਹ ਫਿਰ ਸੀਜ਼ਨ ਦੇ ਨਾਲ ਮੇਲ ਨਹੀਂ ਖਾਊਗਾ। ਉਹ ਕਲਾਸੀਕਲ ਹਿਸਟਰੀ ਹੋਏਗੀ ਵੀ ਮੈਂ ਬੱਚੇ ਨੇ ਪੀਨਟ ਬਟਰ ਖਾਦਾ ਜਾਂ ਉਹਨੇ ਕੁੱਕੀ ਖਾਦੀ ਜਿਹਦੇ ਵਿੱਚ ਨਟ ਸੀ, ਤੇ ਉਸੇ ਵੇਲੇ ਉਹਦੇ ਮੂੰਹ ਦੇ ਵਿੱਚ ਖਰਾਸ਼ ਹੋਣ ਲੱਗ ਪਈ, ਜ਼ਬਾਨ ਸੁੱਜ ਗਈ, ਖੰਘ ਹੋਣ ਲੱਗ ਪਈ, ਉਲਟੀਆਂ ਹੋਣ ਲੱਗ ਪਈਆਂ। ਕਈ ਵਾਰ ਉਲਟੀ ਵੀ ਇੱਕ ਸਿੰਪਟਮ ਹੁੰਦੀ ਹੈ ਐਲਰਜੀ ਦਾ, ਕਿਉਂਕਿ ਜਦੋਂ ਪੇਟ 'ਚ ਗਿਆ, ਪੇਟ ਲਾਈਕ ਨਹੀਂ ਕਰਦਾ ਸਾਡਾ ਮੈਦਾ, ਉਹਨੂੰ ਕੱਢਣਾ ਚਾਹੀਦਾ ਬਾਹਰ, ਜਿਸ ਚੀਜ਼ ਨੂੰ, ਜਿਸ ਫੂਡ ਤੋਂ ਐਲਰਜੀ ਆ। ਆਮ ਕਰਕੇ 4 ਖਾਸ ਫੂਡ ਹੁੰਦੇ ਆ: ਗਾਂ ਦਾ ਦੁੱਧ, ਅੰਡਾ, ਨਟਸ ਤੇ ਸ਼ੈਲਫਿਸ਼। ਇਹ 4 ਮੇਨ ਚੀਜ਼ ਆ ਜਿਸ ਤੋਂ ਅਸੀਂ ਐਲਰਜੀ ਦੇਖਦੇ। ਬਾਕੀ ਕਿਹੜੇ ਵੀ ਫੂਡ ਤੋਂ ਹੋ ਸਕਦੇ ਆ। ਅੱਛਾ ਜੀ। ਹਾਂ, ਇਹ ਦੁੱਧ ਜਿਹੜਾ ਆਪਾਂ ਘਰਾਂ 'ਚ ਦੁੱਧ ਪੀਂਦੇ ਆ, ਇਹ ਵੀ ਹੋ ਸਕਦਾ? ਹਾਂ, ਮਤਲਬ ਇਹ ਫਸਟ 4 'ਚ ਹੁੰਦੀ ਹੈ ਅਗਰ ਆਪਾਂ ਐਲਰਜੀ ਕਹੀਏ। ਜਿੱਦਾਂ ਨਟਸ ਦੀ ਗੱਲ ਕਹੀ, ਅੰਡੇ ਦੀ ਗੱਲ ਕਹੀ, ਤੇ ਗਾਂ ਦਾ ਦੁੱਧ ਕਹੀ, ਤੇ ਸੀ ਫੂਡ ਜਿਹੜਾ ਹੁੰਦਾ ਸ਼ੈਲਫਿਸ਼, ਇਹ ਟੌਪ ਤੇ। ਬਟ ਕਿਹੜੇ ਵੀ ਫੂਡ ਤੋਂ ਐਲਰਜੀ ਹੋ ਸਕਦੀ। ਜਿਹੜਾ ਨਾ ਫੂਡ ਦਾ ਪ੍ਰੋਟੀਨ ਦਾ ਸਟਰਕਚਰ ਹੁੰਦਾ, ਉਹਦੇ ਨੂੰ ਬੋਡੀ ਲਾਈਕ ਨਹੀਂ ਕਰਦੀ, ਉਹਨੂੰ ਫੋਰਨ ਟਰੀਟ ਕਰਦੀ, ਉਹਦੇ ਅਗੇਂਸਟ ਇੱਕ ਹਾਈਪਰ ਰਿਸਪੌਂਸ ਕਰਦੀ, ਜਿਹਦੇ ਕਰਕੇ ਐਲਰਜੀ ਦੇ ਲੱਛਣ ਹੁੰਦੇ ਆ। ਉਹ ਵੀ ਆਪਾਂ ਚਮੜੇ ਦੇ ਉੱਤੇ ਸਕਿਨ ਟੈਸਟ ਤੇ ਕਰ ਸਕਦੇ ਹਾਂ ਵੀ ਇਹਨੂੰ ਪੀਨਟ ਤੋਂ ਐਲਰਜੀ ਆ, ਬਦਾਮ ਤੋਂ ਐਲਰਜੀ ਆ, ਕਾਜੂ ਤੋਂ ਐਲਰਜੀ ਆ, ਅਖਰੋਟ ਤੋਂ ਐਲਰਜੀ ਆ, ਅੰਡੇ ਤੋਂ ਐਲਰਜੀ ਆ, ਦੁੱਧ ਤੋਂ ਐਲਰਜੀ ਆ, ਸੀ ਫੂਡ ਤੋਂ, ਉਹ ਸਾਰਾ ਟੈਸਟ ਕੀਤਾ ਜਾ ਸਕਦਾ। ਹੁਣ ਜਿਹੜਾ ਘਾਹ ਦੀ ਐਲਰਜੀ, ਜਿਹੜੀ ਆਪਾਂ ਸੀਜ਼ਨਲ ਐਲਰਜੀ ਗੱਲ ਕੀਤੀ ਆ, ਇਹਦੇ ਨਾਲ ਬਹੁਤਾ ਕਰਕੇ ਹਸਪੀਟਲ ਜਾਣ ਦੀ ਲੋੜ ਨਹੀਂ ਪੈਂਦੀ। ਹੁਣ ਸਮਝੋ ਪੀਨਟ ਐਲਰਜੀ ਆ, ਅੰਡੇ ਦੀ ਐਲਰਜੀ, ਬੱਚੇ ਨੇ ਖਾਧਾ ਤਾਂ ਉਹਦੀ ਸਾਹ ਦੀ ਨਾਲੀ 'ਚ ਸੋਜ ਵੀ ਪੈ ਸਕਦੀ। ਉਹਨਾਂ ਨੂੰ ਫਿਰ ਅਸੀਂ ਇਪੀਨੈਫ੍ਰਿਨ, ਇੱਕ ਪੈਨ ਹੁੰਦਾ, ਉਹ ਲਿਖ ਦਿੰਦੇ ਆ, ਉਹ ਅਸੀਂ ਕਹਿੰਦੇ ਨਾਲ ਰੱਖੋ। ਜਿਹੜਾ 30 ਕਿਲੋ ਤੋਂ ਥੱਲੇ ਬੱਚਾ, ਉਹਦਾ ਜੂਨੀਅਰ ਡੋਜ਼ ਹੋਊਗਾ, ਜਿਹੜਾ 30 ਕਿਲੋ ਤੋਂ ਉੱਤੇ ਆ ਉਹ ਐਡਲਟ ਡੋਜ਼ ਲਊਗਾ। ਓਕੇ। ਉਹਦੇ 'ਚ ਹੁੰਦਾ 15 ਮਾਈਕਰੋਗ੍ਰਾਮ, ਤੇ ਜਿਹੜਾ ਐਡਲਟ ਹੈ ਉਹ 'ਚ 30 ਮਾਈਕਰੋਗ੍ਰਾਮ ਇਪੀਨੈਫ੍ਰਿਨ ਦਵਾਈ ਹੁੰਦੀ ਆ। ਇਪੀਨੈਫ੍ਰਿਨ ਸਾਹ ਦੀ ਨਾਲੀ ਨੂੰ ਖੋਲਦੇ ਆ। ਉਹ ਲਾ ਕੇ ਆਪਣੇ ਕੱਪੜਿਆਂ ਦੇ ਥਰੂ ਵੀ ਲਾ ਸਕਦੇ ਆਪਾਂ, ਨੀਡਲ ਬਹੁਤ ਲੰਬੀ ਹੁੰਦੀ ਆ, ਉਹ ਲਾ ਕੇ ਫਿਰ ਹਸਪੀਟਲ ਜਾਣਾ ਪੈਂਦਾ। ਇੱਦਾਂ ਨਹੀਂ ਲਾ ਕੇ ਘਰ ਬੈਠੇ ਰਹੋ, ਹੈ ਨਾ। ਹਸਪੀਟਲ ਤਹਿਕੀਕਾਤ ਕਰਨੀ ਪੈਂਦੀ, ਕਈ ਵਾਰ ਰਿਬਾਊਂਡ ਵੀ ਹੁੰਦਾ। ਇਹ ਤਾਂ ਹੈਗੀ ਫੂਡ ਐਲਰਜੀ। ਹੁਣ ਜਿਹੜੀ ਘਾਹ ਦੀ ਐਲਰਜੀ ਆ, ਜਿਹੜੀ ਛਿੱਕਾਂ ਜਾਂ ਹੋਣ ਦੇ ਸੀਜ਼ਨ 'ਚ ਆ ਰਹੀ ਆ, ਜਦੋਂ ਤੁਸੀਂ ਆਇਡੈਂਟੀਫਾਈ ਹੋ ਗਏ, ਸਮਝ ਘਾਹ ਤੋਂ ਐਲਰਜੀ ਆ, ਜਦੋਂ ਘਾਹ ਕੱਟਦੇ ਉਦੋਂ ਬਾਹਰ ਨਾ ਜਾਓ, ਘਾਹ ਕੱਟਣ 'ਚ ਹੈਲਪ ਨਾ ਕਰੋ।
ਘਾਹ 4-5 ਦਿਨ ਪੁਰਾਣਾ ਤਾਂ ਤੁਸੀਂ ਖੇਡ ਸਕਦੇ। ਹੂੰ ਜਿਹੜੀ ਟਰੀਜ਼ ਤੋਂ ਐਲਰਜੀ ਹੈਗੀ ਆ, ਹੁਣ ਮੇਰੇ ਘਰ ਦੇ ਲਾਗੇ ਵੀ ਕਾਫੀ ਟਰੀਜ਼ ਹੈਗੇ ਆ, ਜੀ, ਹੋਰ ਵੀ ਬਿਲਕੁਲ। ਪਾਸੇ BC ਦੇ ਮਤਲਬ ਹੈ ਬਿਊਟੀਫੁਲ। ਉਹ ਫਿਰ ਤੁਹਾਨੂੰ pollen.ca ਜਾਂ pollen.bc ਵੀ ਹੈਗਾ, ਉਹ ਦੱਸਦਾ ਵੀ ਪੋਲਨ ਦੀ ਦਰ ਕੱਲ੍ਹ ਜ਼ਿਆਦਾ ਹੋ ਗਈ। ਅੱਛਾ ਜੀ। ਉਸ ਸਮੇਂ ਅਵੋਇਡ ਕਰੋ ਬਾਹਰ ਜਾਣ ਤੋਂ। ਫਿਰ ਵਾਲਾਂ ਦੇ ਉੱਤੇ ਵੀ ਪੋਲਨ ਪੈ ਸਕਦਾ, ਸੋ ਸ਼ਾਮੀ ਇਸ਼ਨਾਨ ਕਰ ਲਓ ਸੌਣ ਤੋਂ ਪਹਿਲਾਂ। ਜੇ ਤੁਹਾਡੇ ਵਾਲਾਂ ਦੇ ਉੱਤੋਂ ਡਿੱਗਦਾ ਰਹੂਗਾ, ਤੁਹਾਡੇ ਨੱਕ ਵਗੈਰਾ ਤੁਹਾਡੇ ਬੋਡੀ 'ਚ, ਅਗਰ ਤੁਸੀਂ ਬਾਹਰ ਗਏ ਸ਼ਾਮਾਂ ਨੂੰ ਤੁਰਨ ਵਾਸਤੇ, ਸੋ ਤੁਹਾਨੂੰ ਥੋੜ੍ਹਾ ਜਿਹਾ ਲਾਈਫ ਸਟਾਈਲ ਚੇਂਜ ਕਰਨਾ ਪੈਂਦਾ। ਐਂਟੀ ਹਿਸਟਮੀਨ ਜਿਹੜੇ ਹੈਗੇ ਆ ਉਹ ਕੰਮ ਕਰ ਜਾਂਦੇ, ਓਵਰ ਦਾ ਕਾਊਂਟਰ ਮਿਲਦੇ ਸਾਰੇ। ਏਰੀਅਸ ਆ, ਰਿਐਕਟਿਨ ਆ, ਕਲੈਰੀਟਿਨ ਆ, ਹਿਸਮੀਨਾਲ ਆ, ਇਹ 24 ਘੰਟੇ ਕੰਮ ਕਰਦੇ, ਇਹਨਾਂ ਨੀਂਦ ਨਹੀਂ ਆਉਂਦੀ। ਇਹ ਨਾਨ ਸੈਡੇਟਿੰਗ ਹੈ, ਸਿਰਪ ਵੀ ਮਿਲ ਜਾਂਦਾ। ਅਗਰ ਇਹ ਕੰਮ ਨਾ ਕਰਨ ਤਾਂ ਫਿਰ ਪ੍ਰਿਸਕ੍ਰਿਪਸ਼ਨ 'ਚ ਉਹਦਾ ਨਾਂ ਹੈਗਾ ਰੂਪਲ, RUPALL। ਜੀ। ਜਿਹੜੀ ਨੱਕ ਦੀ ਸਪਰੇਅ ਆ ਉਹ ਸਟੀਰੋਇਡ ਹੁੰਦੀ ਆ, ਵੀ ਨੱਕ ਦੇ ਵਿੱਚ ਸੋਜ ਕਰਕੇ ਘਰਾੜੇ ਜਿਹੜੇ ਹਟਣ, ਨੱਕ ਦੇ ਸਿੰਪਟਮਸ ਥੋੜ੍ਹੇ ਦੂਰ ਹੋਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਛ ਮਹੀਨੇ ਕਈ ਵਾਰ ਇਸਤੇਮਾਲ ਕਰਨੀਆਂ ਪੈਂਦੀਆਂ। ਅਗਰ ਬੱਚਾ ਠੀਕ ਨਹੀਂ ਹੋ ਰਿਹਾ ਤਾਂ ਫਿਰ ਐਲਰਜੀ ਦੇ ਟੀਕੇ ਵੀ ਲਾਉਣੇ ਪੈਂਦੇ ਆ, ਜਾਂ ਜ਼ਬਾਨ ਥੱਲੇ ਟੈਬਲੇਟ ਮਿਲਦੀ ਆ, ਉਹਨੂੰ ਕਹਿੰਦੇ ਗ੍ਰਾਸਟੈਕ, GRASTEK, ਜਾਂ ਓਰਲ ਏਅਰ। ਉਹ ਐਲਰਜੀ ਸ਼ਾਟ ਵਾਲਾ ਹੀ ਕੰਮ ਕਰਦੀ ਆ। ਹੁਣ ਰੋਜ਼ ਤੁਸੀਂ ਬੱਚੇ ਨੂੰ ਟੀਕਾ ਲਾਈ ਜਾਓ, ਬੱਚਾ ਥੋੜ੍ਹੀ ਲਾਈਕ ਕਰਦਾ। ਸੋ ਜ਼ਬਾਨ ਥੱਲੇ ਲਾਓ, ਘੁਲ ਜਾਂਦੀ ਆ ਉਹ। ਐਲਰਜੀ ਸ਼ਾਟ ਵਰਗਾ ਹੀ ਕੰਮ ਕਰਦੇ, ਉਹਨੂੰ ਕਹਿੰਦੇ ਸਬ ਲਿੰਗੁਅਲ ਇਮਿਊਨੋਥੈਰੇਪੀ। ਉਹ ਕਈ ਵਾਰ 6 ਮਹੀਨੇ ਦਾ ਕੋਰਸ ਕਰਨਾ ਪੈਂਦਾ। ਉਹਦੇ ਨਾਲ ਤੁਸੀਂ ਐਲਰਜੀ ਮੁਕਤ ਹੋ ਜਾਂਦੇ, ਘਾਹ ਤੋਂ 70% ਚਾਂਸ ਆ। ਜੀ, ਇੱਕ ਡਾਕਟਰ ਸਾਹਿਬ ਤੁਸੀਂ ਡਸਟ ਮਾਈਟ ਦੀ ਗੱਲ ਕੀਤੀ ਆ, ਇਹ ਕੀ ਜਿੱਥੇ ਮੰਨ ਲਓ ਸਫਾਈ ਨਹੀਂ ਆ ਉੱਥੇ ਹੁੰਦੇ ਆ, ਜੇ ਜਿਹੜਾ ਤੁਹਾਡਾ ਕਾਰਪਟ ਪੁਰਾਣਾ ਆ ਜਾਂ ਘਰ ਪੁਰਾਣਾ ਆ ਉੱਥੇ ਜ਼ਿਆਦਾ ਹੋ ਸਕਦੀ ਆ, ਜਾਂ ਜੇ ਮੈਟਰਸ ਉਹਨੂੰ ਕਵਰ ਨੂੰ ਉਹਨੂੰ ਵਾਸ਼ ਕਰ ਲਿਆ ਜਾਵੇ, ਪਿੱਲੋ ਕਵਰ ਨੂੰ, ਉਹਦੇ ਨਾਲ ਬਚਾਅ ਹੋ ਸਕਦਾ? ਨਹੀਂ, ਹਰ ਘਰ ਦੇ ਵਿੱਚ ਡਸਟ ਮਾਈਟ ਹੈਗੀ ਆ, ਭਾਵੇਂ ਨਵਾਂ ਨਵਾਂ ਭਾਵੇਂ ਪੁਰਾਣਾ। ਇਹਦਾ ਸਾਫ ਸਫਾਈ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ। ਜੇ ਅੱਛਾ ਜੀ। ਹਾਂ, ਇਹ ਤੁਸੀਂ ਨਵਾਂ ਮੈਟਰਸ ਵੀ ਲਾ ਲਓ, $50,000 ਦਾ ਮੈਟਰਸ ਲਾ ਲਓ, ਉਹਦੇ ਵਿੱਚ ਵੀ ਆ ਜਾਊਗੀ। ਕਿਉਂਕਿ ਸਾਡਾ ਜਿਹੜਾ BC ਦਾ ਜਿਹੜਾ ਹਵਾ ਦੇ ਵਿੱਚ ਜਿਹੜੀ ਹਿਊਮਿਡਿਟੀ ਆ, ਜਾਂ ਨਮੀ ਕਹਿ ਲਓ, ਜਾਂ ਵਾਟਰ ਵੇਪਰਸ ਆ, ਉਹ ਡਸਟ ਮਾਈਟ ਦੇ ਜੀਵਨ ਵਾਸਤੇ ਸਭ ਤੋਂ ਵਧੀਆ ਤਰੀਕਾ ਹੈਗਾ। ਔਰ ਜਿਹੜਾ ਡਸਟ ਮਾਈਟ ਜਿਹੜਾ ਹੈਗਾ, ਉਹ ਸਾਡੇ ਜਿਹੜਾ ਡੈਡ ਸਕਿਨ ਹੁੰਦਾ, ਉਹ ਉਹਦੀ ਖੁਰਾਕ ਆ। ਜਿਹੜਾ ਸਾਡਾ ਚਮੜਾ ਹੈ ਨਾ, ਰੋਜ਼ ਰੀਜਨਰੇਟ ਹੁੰਦਾ, ਉਹ ਸਾਡਾ ਜਿਹੜਾ ਚਮੜੇ ਦੇ ਸੈਲਸ ਆ, ਉਹ ਡਸਟ ਮਾਈਟ ਦੀ ਖੁਰਾਕ ਆ। ਸਾਡੀ ਬੋਡੀ ਤੇ ਹੁੰਦਾ ਡਸਟ ਮਾਈਟ? ਨਹੀਂ, ਡਸਟ ਮਾਈਟ ਤੇ ਮੈਟਰਸ ਔਰ ਪਿਲੋ 'ਚ ਆ, ਲੇਕਿਨ ਉਹਦਾ ਭੋਜਨ ਜਿਹੜਾ ਹੈਗਾ, ਸਾਡੇ ਜਿਹੜੇ ਡਿੱਗੇ ਹੋਏ ਸੈਲਸ ਹੈਗੇ ਆ, ਜਦੋਂ ਆਪਾਂ ਸਾਡੀ ਬੋਡੀ 'ਚੋਂ ਸੈਲਸ ਡਿੱਗਦੇ ਜੀ? ਹਾਂ, ਜਦੋਂ ਅਸੀਂ ਸੌਂਦੇ ਆ ਸਾਡੇ ਸਕਿਨ ਸੈਲ ਤੇ ਰਿਪਲੇਸ ਹੁੰਦੇ ਰਹਿੰਦੇ ਆ। ਜਿੱਦਾਂ ਸੱਪ ਨਹੀਂ ਆਪਣੇ, ਹਾਂ, ਉੱਦਾਂ ਸਾਨੂੰ ਪਤਾ ਹੀ ਨਹੀਂ ਆ, ਮਿਲੀਅਨਸ ਆਫ ਸੈਲ ਨਵੇਂ ਆਈ ਜਾ ਰਹੇ, ਮਿਲੀਅਨਸ ਡਿੱਗੀ ਜਾ ਰਹੇ ਆ। ਸਕਿਨ ਤੋਂ ਥੱਲੇ ਡਿੱਗ ਜਾਂਦੇ? ਹਾਂ, ਸਕਿਨ ਚਮੜੇ ਤੋਂ ਡਿੱਗਦੇ ਨਵੇਂ ਆਉਂਦੇ ਜਾਂਦੇ, ਸਾਨੂੰ ਪਤਾ ਹੀ ਨਹੀਂ। ਇੱਕ ਕਿਰਿਆ ਚੱਲਦੀ ਆ ਰਹੀ ਹੈ, ਮਹਾਰਾਜ ਨੇ ਜਿਹੜਾ ਹੈਗਾ ਸਿਸਟਮ ਕ੍ਰੀਏਟ ਕੀਤਾ ਜੀ। ਮਿਲੀਅਨਸ ਆਫ ਸੈਲ ਨਵੇਂ ਬਣੀ ਜਾਂਦੇ, ਪੁਰਾਣੇ ਡਿੱਗੀ ਜਾਂਦੇ, ਔਰ ਉਹ ਡਸਟ ਮਾਈਟ ਦਾ ਰਾਸ਼ਨ ਪਾਣੀ ਆ। ਅੱਛਾ। ਸੋ ਇਸ ਲਈ ਉਹ ਜ਼ਿਆਦਾ ਮੈਟਰਸ ਔਰ ਪਿਲੋ 'ਚ ਰਹਿੰਦੇ ਆ। ਔਰ ਡਾਕਟਰ ਸਾਹਿਬ ਇਹ ਦਿਖ ਜਾਂਦੇ ਵਿੱਚੋਂ? ਨਹੀਂ, ਮਾਈਕਰੋਸਕੋਪ ਨਾਲ ਦੇਖਣੇ ਪੈਂਦੇ। ਮਤਲਬ ਅਸੀਂ ਨੰਗੀ ਅੱਖਾਂ ਦੇਖ ਨਹੀਂ ਸਕਦੇ? ਅੱਖਾਂ ਨਹੀਂ ਦੇਖ ਸਕਦੇ। ਐਕਚੁਅਲੀ ਅਗਰ ਤੁਸੀਂ ਦੇਖਣਾ ਨੇਚਰ ਆਫ ਥਿੰਗਸ 'ਚ ਨਾ, ਡੇਵਿਡ ਸੁਜ਼ੂਕੀ ਨੇ ਡਸਟ ਮਾਈਟ ਦੇ ਉੱਤੇ 1 ਘੰਟੇ ਦੀ ਸਪੈਸ਼ਲ ਡਾਕੂਮੈਂਟਰੀ ਕੀਤੀ ਹੋਈ ਆ। ਵਾਹ। ਸੋ ਉਹਨੇ ਦੱਸਿਆ ਹੋਇਆ ਵੀ ਇਵਨ ਟੁੱਥ ਬਰਸ਼ ਦੇ ਵਿੱਚ ਵੀ ਡਸਟ ਮਾਈਟ ਹੋ ਸਕਦਾ। ਬੰਦਾ ਕੱਲ ਨੂੰ ਡਰ ਜਾਊਗਾ ਵੀ ਮੈਂ ਹੁਣ ਮੂੰਹ 'ਚ ਪਾਉਣਾ ਕਿ ਨਹੀਂ ਪਾਉਣਾ। ਸੋ ਉਹਨੇ ਪੂਰਾ ਆਪਣਾ ਦੱਸਿਆ ਮਾਰਨਿੰਗ ਟੂ ਈਵਨਿੰਗ ਤੱਕ ਵੀ ਡਸਟ ਮਾਈਟ ਉਹਨੇ ਸਪੈਸ਼ਲ ਮਾਈਕਰੋਸਕੋਪਿਕ ਕੈਮਰੇ ਦੇ ਨਾਲ ਸ਼ੂਟ ਕੀਤਾ ਸੀ ਉਹ, ਵੀ ਕਿਤੇ ਕਿਤੇ ਵਾਤਾਵਰਨ 'ਚ ਹੈਗਾ। ਹੁਣ ਡਸਟ ਮਾਈਟ ਦਾ ਜਦੋਂ ਤੁਸੀਂ ਐਲਰਜੀ ਟੈਸਟ ਕਰ ਲਿਆ, ਤੇ ਡਸਟ ਮਾਈਟ ਦਾ ਖਾਤਮਾ ਤੁਸੀਂ ਨਹੀਂ ਕਰ ਸਕਦੇ। ਸੋ ਇਹੀ ਆ ਵੀ ਮੈਟਰਸ ਦੇ ਉੱਤੇ ਨਾ ਸਪੈਸ਼ਲ ਕਵਰ ਮਿਲਦੇ ਆ। ਉਹਨਾਂ ਨੇ ਜਿਹੜਾ ਕੱਪੜਾ, ਜਿਹੜੇ ਉਹਦੇ ਮਾਈਕਰੋ ਪੋਰਸ ਆ, ਉਹਦੇ ਵਿੱਚ ਰਬਰ ਜਾਂ ਪਲਾਸਟਿਕ ਪਾਈ, ਉਹ ਸੀਲਡ ਹੋ ਜਾਂਦੇ ਆ। ਡਸਟ ਮਾਈਟ ਪ੍ਰੋਟੈਕਟਿਵ ਮੈਟਰਸ ਔਰ ਪਿਲੋ ਕਵਰ ਮਿਲਦੇ ਆ, 70% ਤੱਕ ਇਫੈਕਟਿਵ ਆ। ਹੁਣ ਡਸਟ ਮਾਈਟ ਪ੍ਰਤੀ ਵੀ ਸਬਲਿੰਗੁਅਲ ਇਮਿਊਨੋਥੈਰੇਪੀ ਦੀ ਗੋਲੀਆਂ ਆ ਰਹੀਆਂ, ਲੇਕਿਨ ਅਜੇ ਮਾਰਕੀਟ ਦੇ ਵਿੱਚ ਰਿਸਰਚ ਆਈ ਆ, ਬਹੁਤ ਛੇਤੀ ਆ ਜਾਣਗੀਆਂ, ਜਿਹਨੂੰ ਆਪਾਂ ਐਲਰਜੀ ਸ਼ਾਟਸ ਕਹਿ ਸਕਦੇ ਹਾਂ ਡਸਟ ਮਾਈਟ ਦੀ ਵੀ। ਡਾਕਟਰ ਸਾਹਿਬ ਮੰਨ ਲਓ ਟੈਸਟ ਕਰਵਾ ਲਿਆ ਕਿਸੇ ਨੇ ਵੀ, ਜਾਂ ਪਤਾ ਲੱਗ ਗਿਆ ਵੀ ਇਹਨੂੰ ਕਾਜੂ ਬਦਾਮ ਖਾਣ ਤੋਂ ਐਲਰਜੀ ਹੋ ਜਾਂਦੀ, ਜਾਂ ਦੁੱਧ ਪੀਣ ਤੋਂ ਐਲਰਜੀ ਹੋ ਜਾਂਦੀ ਹੈ, ਇਹਦਾ ਕੋਈ ਇਲਾਜ ਹੈਗਾ ਕਿ ਸਾਰੀ ਉਮਰ ਇਦਾਂ ਹੀ ਰਹਿਣਾ ਪੈਣਾ ਜੀ? ਪਹਿਲੀ ਗੱਲ ਤੇ ਉਹ ਚੀਜ਼ ਆਪਾਂ ਅਵੋਇਡ ਕਰਨੀ ਹੈ ਨਾ, ਕਿਉਂਕਿ ਸੰਸਾਰ ਮਤਲਬ ਤੁਸੀਂ ਖਾ ਹੀ ਨਹੀਂ ਸਕਦੇ ਦੁਬਾਰਾ? ਨਹੀਂ, ਸੰਸਾਰ 'ਚ ਬੜੇ ਸਾਰੇ ਫੂਡ ਹੈਗੇ ਮਹਾਰਾਜ ਨੇ ਬਣਾਏ ਹੈ ਨਾ ਜੀ। ਦੂਜੀ ਗੱਲ, ਜਿਹੜੇ ਬੱਚਿਆਂ 'ਚ ਮੈਂ ਦੇਖਦਾ ਕਰੀਬਨ ਬੱਚੇ 60% ਰਿਕਵਰ ਹੋ ਜਾਂਦੇ ਵੱਡੇ ਹੋ ਕੇ। ਹਾਂ, ਉਹਨਾਂ ਨੂੰ ਆਪਾਂ ਚੈਲੰਜ ਕਹਿੰਦੇ ਆ। ਹੁਣ ਚੈਲੰਜ ਟੈਸਟ ਆ, ਉਹ ਡਾਕਟਰ ਐਡਮੰਡ ਚੈਨ ਜਾਂ ਡਾਕਟਰ ਜੋਇਸ ਯੂ ਕਰਦੇ ਆ। ਇਹ 2 ਮਾਹਿਰ ਜਿਹੜੇ ਬੱਚਿਆਂ ਦੇ, ਐਡਲਟ ਦਾ ਮੈਨੂੰ ਨਹੀਂ ਪਤਾ। ਉਹ ਫਿਰ ਉਹ ਪੇਸ਼ੈਂਟ ਵੀ ਬੁੱਕ ਕਰਦੇ ਆ 1 ਜਾਂ 2 ਦਿਹਾੜੀ ਦਾ, ਜ਼ਿਆਦਾ ਨਹੀਂ, ਕਿਉਂਕਿ ਪੇਸ਼ੈਂਟ ਨਾਲ ਬਹਿਣਾ ਪੈਣਾ ਤੁਹਾਨੂੰ। ਹੁਣ ਸਮਝੋ ਪੀਨਟ ਦੀ ਐਲਰਜੀ ਆ,
ਜੀ ਡਾਕੂਮੈਂਟਡ ਆਮ ਹੀ ਹੋ ਜਾਂਦੀ ਹੈ। ਹਾਂ ਪੀਨਟ ਸਭ ਤੋਂ ਕਾਮਨ ਐਲਰਜੀ ਬੱਚਿਆਂ ਨੂੰ ਹੈ ਨਾ, ਤਾਂ ਹੀ ਤੁਸੀਂ ਦੇਖੋਗੇ ਪੀਨਟ ਫ੍ਰੀ ਚਾਕਲੇਟ ਤਾਂ ਇਹ ਜੀ ਜੀ label ਲੱਗਾ। ਹਾਂਜੀ ਤਾਂ ਉਹ ਫਿਰ ਕਹਿੰਦੇ ਭਾਈ ਤੁਸੀਂ ਆਓ, ਜਿਹੜਾ ਪੀਨਟ ਦੇ 2 ਉਹਦੇ ਹੁੰਦੇ ਆ ਨਾ ਪੀਸਿਸ, ਹਾਂਜੀ ਵੀ ਅਸੀਂ ਤੁਹਾਨੂੰ ਅੱਧੇ ਪੀਸ ਦਾ ਅੱਧਾ ਹਿੱਸਾ ਦੇਵਾਂਗੇ, ਮੀਨਸ 1/4 ਇੱਕ ਪੀਨਟ ਦਾ ਚਬਾ ਕੇ ਤੁਹਾਨੂੰ ਫਿਰ ਇੱਥੇ ਬਹਿਣਾ ਪੈਣਾ। ਫਿਰ ਬਾਅਦ 'ਚੋਂ ਘੰਟੇ 2 ਘੰਟੇ ਬਾਅਦ ਉਹਨੂੰ ਅੱਧਾ ਪੀਸ ਦੇਣਾ, ਫਿਰ ਹਫਤੇ ਬਾਅਦ ਸੱਦ ਕੇ ਉਹਨੂੰ ਪੂਰਾ ਪੀਨਟ ਦੇਣਾ, ਫਿਰ ਉਹਨੂੰ ਵਾਚ ਕਰਨਾ। ਕਈ ਵਾਰ ਰਿਐਕਸ਼ਨ ਵੀ ਹੋ ਜਾਂਦਾ, ਰਾਈਟ ਅਵੇ ਟੀਕਾ ਲਾਉਣਾ ਪੈਂਦਾ, ਰਾਈਟ ਅਵੇ ਹਸਪੀਟਲ ਵੀ ਜਾਣਾ ਪੈਂਦਾ। ਸੋ ਉਹਨੂੰ ਕਹਿੰਦੇ ਚੈਲੰਜ ਇਹ ਹੈਗਾ ਵੀ ਬਾਡੀ ਨੂੰ ਜਿਸ ਚੀਜ਼ ਤੋਂ ਐਲਰਜੀ ਸੀ ਉਹ ਚੀਜ਼ ਦੇ ਕੇ ਦੇਖਦੇ ਹਾਂ ਕੀ ਹੋਊਗਾ, ਬਾਡੀ ਹੁਣ ਐਕਸੈਪਟ ਕਰਦੀ ਕਿ ਨਹੀਂ ਕਰਦੀ। ਹੁਣ ਇਹ ਕਿਉਂ ਆਈ, ਕਿਉਂਕਿ ਇੱਕ ਨਾ ਬਹੁਤ ਵੱਡੀ ਸਟੱਡੀ ਹੋਈ ਲਰਨਿੰਗ ਅਬਾਊਟ ਪੀਨਟ ਐਲਰਜੀ, ਉਹਨੂੰ ਕਹਿੰਦੇ ਲੀਪ ਸਟੱਡੀ। ਅੱਛਾ ਜੀ। ਇਹ ਹੋਈ ਜੂਇਸ਼ ਪੋਪੂਲੇਸ਼ਨ 'ਚ, ਜਿਹੜੇ ਜੂਇਸ਼ ਬੱਚੇ ਇਜ਼ਰਾਈਲ 'ਚ ਰਹਿੰਦੇ ਆ, ਜੂਇਸ਼ ਬੱਚੇ ਅਮਰੀਕਾ 'ਚ ਰਹਿੰਦੇ ਆ, ਕਿਉਂਕਿ ਉਹਨਾਂ ਦੀ ਨਸਲ ਸੇਮ ਹੈ, ਜੈਨੇਟਿਕ ਸਟਰਕਚਰ ਸੇਮ ਹੈ। ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਜੂਇਸ਼ ਬੱਚੇ ਇਜ਼ਰਾਈਲ ਦੇ ਆ ਉਹਨਾਂ ਨੂੰ ਪੀਨਟ ਐਲਰਜੀ 4 ਗੁਣਾ ਘੱਟ ਹੈ ਅਮਰੀਕਨ ਬੱਚਿਆਂ ਨਾਲੋਂ। ਜੀ ਉਹਦਾ ਕਾਰਨ ਉਹਨਾਂ ਨੇ ਦੇਖਿਆ ਵੀ ਬਹੁਤ ਲੇਟ ਇੰਟਰੋਡਿਊਸ ਕੀਤਾ ਜਾਂਦਾ ਪੀਨਟ, ਡਰ ਕਰਕੇ ਵੀ ਮੇਰੇ ਬੱਚੇ ਨੂੰ ਐਲਰਜੀ ਨਾ ਹੋ ਜਾਏ, ਸਾਲ ਤੱਕ ਲੋਕੀ ਵੇਟ ਕਰਦੇ ਰਹਿੰਦੇ। ਹੁਣ ਸਭ ਤੋਂ ਲਾਰਜੈਸਟ ਜਿਹੜਾ ਪੀਨਟ ਹੈਗਾ ਉਹ ਥਾਈਲੈਂਡ 'ਚ ਯੂਜ਼ ਹੁੰਦਾ। ਪੀਨਟ ਬਣਦਾ ਵੀ, ਪੀਨਟ ਉਗਦਾ ਵੀ ਬਹੁਤ ਆ, ਔਰ ਸਭ ਤੋਂ ਘੱਟ ਐਲਰਜੀ ਉੱਥੇ, ਕਿਉਂਕਿ ਹਰ ਖਾਣੇ 'ਚ ਪੀਨਟ ਹੈਗਾ, ਉਹਨਾਂ ਦਾ ਬੇਬੀ ਫੂਡ 'ਚ ਪੀਨਟ ਹੈਗਾ। 4 ਮਹੀਨੇ 6 ਮਹੀਨੇ ਤੋਂ ਬੱਚੇ ਨੂੰ ਜਦੋਂ ਸਟਾਰਟ ਕਰਦੇ ਪੀਨਟ ਵਾਲੀ ਸਮੱਗਰੀ ਹੁੰਦੀ ਆ। ਸੋ ਇਸ ਲਈ ਅਰਲੀ ਸਟਾਰਟ ਕਰਨ ਦੇ ਨਾਲ ਐਲਰਜੀ ਜਿਹੜੀ ਹੈਗੀ ਆ ਉਹ ਘਟ ਸਕਦੀ ਹੈ ਐਕਚੁਅਲੀ। ਜੀ ਡਾਕਟਰ ਸਾਹਿਬ, ਇੱਕ ਇਹ ਵੀ ਚੀਜ਼ ਹੈਗੀ ਆ ਵੀ ਮੰਨ ਲਓ ਮੈਨੂੰ ਐਲਰਜੀ ਹੋ ਗਈ ਪੀਨਟ ਤੋਂ, ਮੈਂ ਉਹ ਤਜਰਬਾ ਆਪ ਹੀ ਕਰਕੇ ਦੇਖ ਲਾਂ ਵੀ ਮੈਂ ਥੋੜਾ ਟਰਾਈ ਕਰਨ ਦੀ ਕੋਸ਼ਿਸ਼ ਕਰਾਂ। 2 ਗੱਲਾਂ ਇਹ 'ਚ, ਪਹਿਲੀ ਗੱਲ ਤਾਂ ਇਹ ਹੈ ਵੀ ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਕਰੀਏ, ਹੈ ਨਾ ਜੀ। ਹੁਣ ਮੈਂ ਕਈ ਵਾਰ ਚਮੜੀ 'ਚ ਟੈਸਟ ਕਰਦਾ, ਪੀਨਟ ਦੇਖਦਾ ਵੀ 7-8 ਮਿਲੀਮੀਟਰ ਦਾ ਹੋਇਆ, ਫਿਰ ਉਹਦੇ ਬਲੱਡ ਟੈਸਟ ਤੋਂ ਵੀ ਆਪਾਂ ਲੈਵਲ ਚੈੱਕ ਕਰ ਸਕਦੇ ਹਾਂ, ਉਹਨੂੰ ਕਹਿੰਦੇ ਆ RAST ਟੈਸਟ ਜਾਂ ਇਮੂਨੋਗਲੋਬੁਲਿਨ E ਟੈਸਟ। ਅਗਰ ਉਹ ਲੈਵਲ ਤੁਹਾਡਾ 10 ਤੋਂ ਥੱਲੇ ਆ ਫਿਰ ਤੁਸੀਂ ਥੋੜ੍ਹਾ ਰਿਸਕ ਲੈ ਸਕਦੇ ਹੋ, ਲੇਕਿਨ ਜਿਹੜਾ ਪਹਿਲਾ ਰਿਸਕ ਹੈ ਆਫਿਸ 'ਚ ਲੈਣਾ ਚਾਹੀਦਾ ਵੀ ਰਿਐਕਸ਼ਨ ਹੋਇਆ ਕਿ ਨਹੀਂ ਹੋਇਆ। ਉਹਦੇ ਬਾਅਦ ਤੁਸੀਂ ਕਹਿ ਸਕਦੇ ਆ ਭਾਈ ਬੇਕ ਪ੍ਰੋਡਕਟਸ 'ਚ ਲੈ ਲਓ, ਜਿੱਦਾਂ ਜਦੋਂ ਆਪਾਂ ਬੇਕਿੰਗ ਕਰਦੇ ਹਾਂ ਨਾ ਪ੍ਰੋਟੀਨ ਸਟਰਕਚਰ ਚੇਂਜ ਹੁੰਦਾ, ਜਦੋਂ ਆਪਾਂ ਦੁੱਧ ਨੂੰ ਗਰਮ ਕਰ ਲਿਆ ਉਹਦਾ ਪ੍ਰੋਟੀਨ ਸਟਰਕਚਰ ਚੇਂਜ ਹੋ ਗਿਆ। ਸੋ ਉੱਦਾਂ ਹੀ ਜਦੋਂ ਕੋਈ ਕੁੱਕੀ ਡੋ 'ਚ ਪੀਨਟ ਪੈ ਗਿਆ ਔਰ ਬੇਕ ਹੋ ਗਈ ਤਾਂ ਉਹਦਾ ਸਟਰਕਚਰ ਚੇਂਜ ਹੋ ਜਾਂਦਾ, ਉਹ ਘੱਟ ਐਲਰਜੈਨਿਕ ਹੋ ਜਾਂਦੀ ਆ। ਡਾਕਟਰ ਸਾਹਿਬ, ਇਹਦਾ ਬੰਦੇ ਦੀ ਸਿਹਤ ਦੇ ਨਾਲ ਜਾਂ ਜਿਹੜੀ ਉਹਦੀ ਇਮਿਊਨਿਟੀ ਆ ਐਲਰਜੀ ਦਾ, ਉਹਦੇ ਨਾਲ ਕੋਈ ਸੰਬੰਧ ਹੈ? ਮੰਨ ਲਓ ਇੱਕ ਬੰਦਾ ਬਹੁਤ ਫਿੱਟ ਆ, ਉਹਦਾ weight ਵੀ ਬਿਲਕੁਲ ਠੀਕ ਆ, ਉਹ ਜਿਮ ਵੀ ਜਾ ਰਿਹਾ, ਬੜਾ ਚੰਗਾ ਭਲਾ, ਖਾਣਾ ਵੀ ਉਹਦਾ ਬਿਲਕੁਲ ਬੈਲੈਂਸਡ ਆ, ਵੀ ਉਹਨੂੰ ਐਲਰਜੀ ਘੱਟ ਹੋਊਗੀ, ਦੂਜੇ ਬੰਦੇ ਨੂੰ ਜ਼ਿਆਦਾ ਹੋਊਗੀ, ਜਾਂ ਇਹਦਾ ਕੋਈ ਫਰਕ ਨਹੀਂ ਹੈ, ਜਿਹਨੂੰ ਮਰਜ਼ੀ ਹੋ ਸਕਦੀ ਹੈ? ਕਿਸੇ ਨੂੰ ਵੀ ਹੋ ਸਕਦੀ ਆ, ਔਰ ਇਹਦਾ ਫੈਮਿਲੀ ਹਿਸਟਰੀ ਬਹੁਤ ਹੁੰਦੀ ਹੈ। ਕਈ ਵਾਰ ਇਹ ਜੈਨੇਟਿਕਸ ਨਾਲ ਵੀ ਸੰਬੰਧ, ਜੈਨੇਟਿਕਸ ਦੇ ਨਾਲ ਵੀ ਸੰਬੰਧ ਹੁੰਦਾ, ਕਈ ਫੈਮਿਲੀਜ਼ ਦੇ ਵਿੱਚ ਰਨ ਕਰਦੀ ਹੈ ਨਾ। ਔਰ ਅਸੀਂ ਇਹ ਦੇਖਦੇ ਹਾਂ ਵੀ ਜਿਹਨੂੰ ਚਮੜੇ ਦਾ ਰੈਸ਼ ਆ, ਐਗਜ਼ੀਮਾ ਜਾਂ ਆਪਾਂ ਦੱਦਾਂ ਕਹਿੰਦੇ ਆ, ਜਾਂ ਐਸਮਾ, ਉਹਦੇ ਵਿੱਚ ਐਲਰਜੀ ਜ਼ਿਆਦਾ ਪਾਈ ਜਾਂਦੀ ਹੈ। ਸੋ ਸਾਨੂੰ ਇਹ ਲੱਗਦਾ ਵੀ ਇਹ ਜੀਨ ਆਪਾਂ ਕੈਰੀ ਕਰਦੇ ਹਾਂ ਜਿਹੜੀ ਵੱਖ-ਵੱਖ ਟਾਈਮ 'ਚ ਟ੍ਰਿਗਰ ਕਰਦੀ ਆ, ਵੀ ਉਹਨੂੰ ਕਹਿੰਦੇ ਐਟੋਪਿਕ ਮਾਰਚ। ਜਿੱਦਾਂ ਨਹੀਂ ਘੋੜਿਆਂ ਦੀ ਇੱਕ ਮਾਰਚ ਚੱਲਦੀ ਹੈ ਸੈਨਾ ਦੀ, ਹੈ ਨਾ, ਵੀ ਪਹਿਲੋਂ ਐਗਜ਼ੀਮਾ ਹੋਣਾ, ਫਿਰ ਐਸਮਾ ਹੋਣਾ, ਫਿਰ ਐਲਰਜੀ ਹੋਣੀ, ਵੱਖ-ਵੱਖ ਟਾਈਮ ਪਾ ਕੇ, ਹੈ ਨਾ, ਜਿਉਂ-ਜਿਉਂ ਜੀਨ ਐਕਟੀਵੇਟ ਹੁੰਦੀ ਆ। ਸੋ ਬੇਸਿਕ ਇਹਦਾ ਸਟਰਕਚਰ ਤੇ ਜੀਨਸ ਦੇ ਨਾਲ ਤਾਲੁਕਾਤ ਰੱਖਦਾ। ਦੂਜੀ ਗੱਲ ਹੈਗੀ ਆ ਵੀ ਇਹ ਹੁੰਦਾ ਇਮਿਊਨ ਸਿਸਟਮ ਦੇ ਥਰੂ ਹੀ ਆ ਜਿਹੜਾ ਰਿਐਕਸ਼ਨ ਹੋਇਆ। ਹੁਣ ਆਪਾਂ ਖਾ ਰਹੇ ਹਾਂ ਦਾਲ ਸਬਜ਼ੀ ਰੋਟੀ ਪਾਣੀ, ਉਹ ਬਾਹਰਲਾ ਪ੍ਰੋਟੀਨ, ਸਾਡੀ ਬਾਡੀ ਉਹਨੂੰ ਐਕਸੈਪਟ ਕਰੀ ਜਾ ਰਹੀ ਹੈ ਵੀ ਮੇਰੇ ਲਈ ਵਧੀਆ। ਅਚਾਨਕ ਇੱਕ ਦਿਨ ਬਾਡੀ ਕਹਿੰਦੀ ਮੈਨੂੰ ਤੂੰ ਪਸੰਦ ਨਹੀਂ ਉਹ ਚੀਜ਼ ਜਿਹੜੀ ਤੂੰ ਪਾਈ ਆ, ਉਹਦੇ ਅਗੇਂਸਟ ਬਾਡੀ ਰਿਐਕਸ਼ਨ ਕਰਦੀ, ਜਿਹਨੂੰ ਆਪਾਂ ਐਲਰਜੀ ਰਿਐਕਸ਼ਨ ਕਹਿੰਦੇ ਹਾਂ। ਡਾਕਟਰ ਸਾਹਿਬ, ਪਹਿਲੇ ਪਿੰਡਾਂ ਦੇ ਵਿੱਚ ਹੁੰਦੀ ਨਹੀਂ ਸੀ, ਕਦੇ ਸੁਣੀ ਨਹੀਂ ਸੀ ਵੀ ਕਿਸੇ ਨੂੰ ਆਟੇ ਤੋਂ ਐਲਰਜੀ ਹੋ ਗਈ ਹੋਵੇ, ਵੀ ਹੁਣ ਆਟੇ ਤੋਂ ਐਲਰਜੀ ਹੋ ਗਈ ਤਾਂ ਬੰਦਾ ਖਾਊਗਾ ਕਿ ਰੋਟੀ ਨਹੀਂ ਖਾ ਸਕਦਾ, ਇਹਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਹੁਣ ਇਹ ਗੱਲ ਆਮ ਆ ਇੱਥੇ। ਇਹ ਸਮੇਂ ਦੇ ਨਾਲ ਕੋਈ ਤਬਦੀਲੀ ਆਈ, ਸਾਡੇ ਲਾਈਫ ਸਟਾਈਲ 'ਚ ਤਬਦੀਲੀ ਆਈ ਹੈ, ਜਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ? ਲਾਈਫ ਸਟਾਈਲ ਬਹੁਤ ਵੱਡਾ ਫੈਕਟਰ ਹੋ ਗਿਆ। ਜਿਵੇਂ ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਬਹੁਤ ਖੁੱਲ੍ਹਾ ਆਬੋ ਹਵਾ ਸੀ, ਸਾਫ ਸਫਾਈ ਘੱਟ ਹੋਣਾ ਐਲਰਜੀ ਨੂੰ ਘੱਟ ਰੱਖਦਾ, ਸਾਫ ਸਫਾਈ ਜ਼ਿਆਦਾ ਐਲਰਜੀ ਜ਼ਿਆਦਾ, ਮਤਲਬ ਬਹੁਤ ਜ਼ਿਆਦਾ ਕਿਤੇ ਵੀ ਨਿਕਲਣਾ ਨਹੀਂ, ਇੱਧਰ ਉੱਧਰ ਕਰਨਾ ਨਹੀਂ, ਉਹਦੇ ਨਾਲ ਜ਼ਿਆਦਾ ਹੋ ਸਕਦੀ। ਉਹਨੂੰ ਕਹਿੰਦੇ ਬਬਲ ਦੇ ਵਿੱਚ ਰਹਿਣਾ, ਵੀ ਤੁਸੀਂ ਆਪਣੀ ਬਾਡੀ ਨੂੰ ਇੱਦਾਂ ਗਜਾ ਲਿਆ ਵੀ ਉਸ ਵਾਤਾਵਰਨ ਸਾਫ ਸਫਾਈ ਵਾਤਾਵਰਨ ਦੇ ਵਿੱਚ ਤੁਸੀਂ ਰਹਿਣਾ। ਇੱਕ ਦਿਨ ਬਾਹਰ ਗਏ, ਬਾਡੀ ਕਹਿੰਦੀ ਹੁਣ ਮੈਂ ਕਿੱਥੇ ਜਾਵਾਂ, ਹੈ ਨਾ, ਬਾਡੀ ਕੋਪ ਕਰਨ ਜੋਗੀ ਨਹੀਂ ਰਹਿੰਦੀ। ਜਿੱਦਾਂ ਆਪਾਂ ਸਟਰੀਟ ਸਮਾਰਟ ਹੈ, ਰੋਜ਼ ਆਪਾਂ ਹੁਣ ਅਗਰ ਰੋਡ ਤੇ ਚੱਲੀਏ, ਦੌੜੀਏ, ਭੱਜੀਏ, ਸਾਨੂੰ ਪਤਾ ਵੀ ਅਸੀਂ ਅਗਲੇ ਦੇ ਨਾਲ ਕਿੱਦਾਂ ਪੇਸ਼ਗੀ ਕਰਨੀ ਹੈ, ਹੈ ਨਾ, ਬਿਲਕੁਲ। ਅਸੀਂ ਬਾਹਰ ਹੀ ਨਾ ਨਿਕਲੀਏ, ਅਗਲਾ ਬੰਦਾ ਕਹੇ ਤੂੰ ਕੌਣ ਹੈ, ਅਸੀਂ ਦੌੜ ਕੇ ਭੱਜ ਜਾਈਏ, ਹੈ ਨਾ। ਸੋ ਸਾਡਾ ਇਮਿਊਨ ਇੱਥੇ ਵੀ BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ 'ਚ ਪਿੰਡਾਂ ਦੇ ਵਿੱਚ ਅਜੇ ਵੀ ਪਿੰਡ ਹੈਗੇ ਆ ਜਿੱਥੇ ਪਸ਼ੂ ਹੈਗੇ ਆ, ਸਾਰਾ ਕੁਝ,
ਉੱਥੇ ਬੱਚਿਆਂ ਨੂੰ ਬਹੁਤ ਘੱਟ ਐਲਰਜੀ ਆ, ਬਹੁਤ ਘੱਟ ਐਗਜ਼ੀਮਾ, ਬਹੁਤ ਘੱਟ ਐਸਮਾ ਹੈਗਾ। ਸੋ ਜਿੰਨਾ ਆਪਾਂ ਨੇਚਰ ਦੇ ਨਾਲ ਰਹੀਏ, ਅਰਲੀ ਟਾਈਮ ਤੋਂ ਮਿੱਟੀ ਘੱਟੇ ਦੇ ਨਾਲ, ਗੰਦਗੀ ਦੇ ਨਾਲ ਰਹੀਏ, ਉਹਨਾਂ ਸਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ ਹੋ ਜਾਂਦਾ। ਇਸੇ ਤੁਸੀਂ ਇਹ ਗੱਲ ਸਹੀ ਕਹੀ ਹੈ ਵੀ ਪਿਛਲੇ ਟਾਈਮ 'ਚ ਇਹ ਗੱਲਾਂ ਬਹੁਤ ਘੱਟ ਸੁਣਦੇ ਸੀ। ਹੁਣ ਜਿਹੜੀ ਕਣਕ ਦੀ ਦੋ ਇਸ਼ੂ ਆ, ਇੱਕ ਤਾਂ ਕਣਕ ਤੋਂ ਟਰੂਲੀ ਐਲਰਜੀ ਹੁੰਦੀ ਆ, ਇੱਕ ਉਹਦਾ ਗਲੂਟਨ ਦਾ ਹਿੱਸਾ ਹੁੰਦਾ ਜਿਹਨੂੰ ਕਹਿੰਦੇ ਸੀਲੀਅਕ ਡਿਜ਼ੀਜ਼। ਅੱਛਾ ਜੀ। ਜਿਹੜਾ ਗਲੂਟਨ ਹੁੰਦਾ ਕਣਕ ਦੇ ਵਿੱਚ, ਉਹ ਕਈਆਂ ਦੀ ਆਂਦੜੀਆਂ 'ਚ ਸੋਜ ਕ੍ਰੀਏਟ ਕਰਦਾ, ਉਹਨਾਂ ਨੂੰ ਖੁਰਾਕ ਨਹੀਂ ਮਿਲਦੀ, ਉਹਨਾਂ ਦੀ ਮੈਂ ਦੱਸਿਆ ਸੀ ਜਿਹੜੀ ਵਿਲਾ ਆ ਉਹ ਟੁੰਡੀਆਂ ਹੋ ਜਾਂਦੀਆਂ, ਐਬਜ਼ੌਰਬ ਸਰਫੇਸ ਘਟ ਜਾਂਦਾ, ਉਹਨਾਂ ਦੇ ਵਿੱਚ ਆਇਰਨ, ਵਾਈਟਾਮਿਨ, ਹੋਰ ਚੀਜ਼ਾਂ ਦੀ ਘਾਟ, ਖੁਰਾਕ ਦੀ ਘਾਟ ਕਰਦੀ। ਉਹਦੇ ਵਿੱਚ ਅਸੀਂ ਗਲੂਟਨ ਫ੍ਰੀ ਕਹਿੰਦੇ ਹਾਂ, ਤੁਸੀਂ ਆਟਾ ਖਾ ਸਕਦੇ ਹੋ। ਅੱਛਾ, ਜਿਹੜਾ ਹੁਣ ਸਟੋਰਾਂ 'ਚ ਹੁੰਦਾ ਵੀ ਲਿਖਿਆ ਗਲੂਟਨ ਫ੍ਰੀ। ਬਾਕੀ ਟਰੂ ਕਣਕ ਐਲਰਜੀ ਵੀ ਹੁੰਦੀ ਹੈ, ਉਹਦੇ 'ਚ ਫਿਰ ਤੁਹਾਨੂੰ ਕਣਕ ਅਵੋਇਡ ਕਰਕੇ ਕੁਝ ਹੋਰ ਪਾਸੇ ਜਾਣਾ ਪਊਗਾ, ਚੌਲਾਂ 'ਚ ਜਾਣਾ ਪਊਗਾ, ਮੱਕੀ 'ਚ, ਡਿਪੈਂਡ ਕਰਦਾ ਵੀ ਉਹਨਾਂ ਤੋਂ ਐਲਰਜੀ ਵੀ ਹੈ ਕਿ ਨਹੀਂ, ਉਹ ਐਲਰਜਿਸਟ ਚੈੱਕ ਕਰਕੇ ਦੱਸੂਗਾ। ਬਟ ਫਿਰ ਵੀ ਮੈਂ ਕਹੂੰਗਾ ਵੀ ਜਿਹੜੀ ਫੂਡ ਐਲਰਜੀਜ਼ ਬੱਚਿਆਂ 'ਚ ਆ, ਅਗਰ ਤੁਸੀਂ ਸਾਲ 1.5 ਸਾਲ 'ਚ ਆਈਆਂ, 5 ਸਾਲ ਤੱਕ 70% ਬੱਚੇ ਜਿਹੜੇ ਰਿਕਵਰ ਕਰ ਜਾਂਦੇ। ਇੱਕ ਆਮ ਤੌਰ ਤੇ ਕਹਿੰਦੇ ਗੋਟ ਮਿਲਕ ਲੈ ਲਓ ਵੀ ਉਹ ਜ਼ਿਆਦਾ ਫਾਇਦੇਮੰਦ ਆ, ਜਿਹੜਾ ਕਾਓ ਮਿਲਕ ਅਸੀਂ ਲੈਂਦੇ, ਕੋਈ ਫਰਕ ਹੈਗਾ ਜੀ? ਦੇਖੋ, ਜਿਹੜਾ ਸਾਡਾ ਕਾਉਸ ਮਿਲਕ ਹੈਗਾ ਇਹ ਸਸਤਾ ਆ, ਇਹ ਪ੍ਰੋਟੀਨ ਵਧੀਆ ਦੇ ਵਿੱਚ, ਇਹ ਈਜ਼ਲੀ ਅਵੇਲੇਬਲ ਆ। ਗੋਟ ਮਿਲਕ ਤੇ ਤਾਂ ਹੀ ਜਾਣਾ ਪੈਂਦਾ ਅਗਰ ਕਾਉਸ ਮਿਲਕ ਦੀ ਐਲਰਜੀ ਹੋਏ, ਨਹੀਂ ਤਾਂ ਲੋੜ ਨਹੀਂ ਹੈਗੀ। ਅਦਰਵਾਈਜ਼ ਕੋਈ ਫਰਕ ਨਹੀਂ ਬਹੁਤਾ। ਨਿਊਟ੍ਰੀਸ਼ਨ ਉਹਦਾ ਘੱਟ ਆ, ਅੱਧਾ ਆ ਉਹਦੇ ਵਿੱਚ ਨਿਊਟ੍ਰੀਸ਼ਨ, ਪ੍ਰੋਟੀਨ ਬਹੁਤ ਘੱਟ ਆ ਗੋਟ ਮਿਲਕ। ਹਾਂ, ਫੋਲਿਕ ਐਸਿਡ ਨਹੀਂ ਹੈਗਾ, B12 ਨਹੀਂ ਹੈਗੀ। ਸੋ ਉਹਦੇ ਵਿੱਚ ਮਤਲਬ ਤੱਤ ਬਹੁਤ ਘੱਟ ਆ ਗਾਂ ਦੇ ਦੁੱਧ ਨਾਲੋਂ, ਪ੍ਰੋਟੀਨ ਅੱਧੀ ਆ। ਸੋ ਨਿਊਟ੍ਰੀਸ਼ਨ ਵਾਈਜ਼ ਬਹੁਤ ਘੱਟ ਆ। ਉਹ ਉਹਨਾਂ ਨੂੰ ਹੀ ਦਿੱਤਾ ਜਾਂਦਾ ਜਿਨ੍ਹਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੈ, ਵੀ ਆਪਾਂ ਗੋਟ ਮਿਲਕ ਟਰਾਈ ਕਰਕੇ ਦੇਖ ਸਕਦੇ ਹਾਂ ਵੀ ਤੁਹਾਨੂੰ ਸੂਟ ਹੁੰਦਾ ਕਿ ਨਹੀਂ ਹੁੰਦਾ। ਅਗਰ ਬੱਚਿਆਂ ਨੂੰ ਗਾਂ ਦੇ ਮਿਲਕ ਦੇ ਫਾਰਮੂਲੇ ਦੀ ਐਲਰਜੀ ਹੈ, ਲੈਟਸ ਸੇ ਐਨਫਾਮਿਲ, ਸਿਮਿਲੈਕ, ਗੁੱਡ ਸਟਾਰਟ, ਤਾਂ ਅਸੀਂ ਫਿਰ ਸੈਕੰਡ ਜਨਰੇਸ਼ਨ ਫਾਰਮੂਲੇ 'ਚ ਜਾਂਦੇ ਹਾਂ ਜਿਹਨੂੰ ਕਹਿੰਦੇ ਐਲੀਮੈਂਟਮ ਜਾਂ ਨਿਊਟਰਾਮਿਜਨ। ਇਹਦੇ 'ਚ ਨਾ ਗਾਂ ਦੇ ਦੁੱਧ ਦੀ ਪ੍ਰੋਟੀਨ ਹੁੰਦੀ ਹੈ, ਨਾ ਸੋਇਆਬੀਨ ਦੇ ਦੁੱਧ ਦੀ ਪ੍ਰੋਟੀਨ ਹੁੰਦੀ ਹੈ। ਸੋ ਫਿਰ ਬਾਅਦ 'ਚੋਂ ਅਸੀਂ ਸਾਲ 1.5 ਸਾਲ ਬਾਅਦ ਉਹਨਾਂ ਨੂੰ ਚੈਲੰਜ ਕਰਕੇ ਦੇਖਦੇ ਹਾਂ, ਟੈਸਟ ਕਰਕੇ। ਅਗਰ ਫਿਰ ਵੀ ਕਾਮਯਾਬੀ ਨਹੀਂ ਮਿਲੀ, ਫਿਰ ਆਪਾਂ ਉਹਨਾਂ ਨੂੰ ਗੋਟ ਮਿਲਕ ਜਾਂ ਸੋਇਆ ਮਿਲਕ ਕੋਸ਼ਿਸ਼ ਕਰਦੇ ਹਾਂ। ਬਟ ਗੱਲ ਉੱਥੇ ਨਿੱਤਰਦੀ ਆ ਵੀ ਦੁੱਧ ਦੇ ਮਗਰ ਸਾਡੀ ਸਾਈਕੀ ਬਹੁਤ ਦੌੜਦੀ ਆ। ਅਗਰ ਤੁਸੀਂ ਆਪਣੀ ਪਲੇਟ ਦੇਖੋ, ਕੈਨੇਡਾ ਫੂਡ ਗਾਈਡ, ਅੱਧੀ ਪਲੇਟ ਤਾਂ ਸਬਜ਼ੀਆਂ ਔਰ ਫਰੂਟ ਦੇ ਆ। ਸਬਜ਼ੀ ਔਰ ਫਰੂਟ ਤੋਂ ਬਹੁਤ ਘੱਟ ਮਾਤਰਾ 'ਚ ਕਿਸੇ ਨੂੰ ਐਲਰਜੀ ਦਾ ਤੁਸੀਂ ਸੁਣਿਆ ਹੋਣਾ। ਨਹੀਂ ਸੁਣਿਆ। ਐਲਰਜੀ ਕਿਸੇ ਨੂੰ ਨਹੀਂ ਸੁਣੀ, ਪਾਲਕ ਤੋਂ ਕਿਸੇ ਨੂੰ ਨਹੀਂ ਸੁਣੀ, ਬਰੋਕਲੀ ਤੋਂ ਕਿਸੇ ਨੂੰ ਨਹੀਂ ਸੁਣੀ। ਜੀ ਜੀ ਜੀ, ਸਹੀ ਗੱਲ। ਕਈਆਂ ਨੂੰ ਨਾ ਸੰਤਰੇ ਤੋਂ, ਐਪਲ ਤੋਂ, ਸਟ੍ਰਾਬੇਰੀ ਤੋਂ ਉਹਨਾਂ ਦੀ ਜ਼ਬਾਨ ਥੋੜੀ ਜਿਹੀ ਮੱਚਦੀ ਆ, ਐਲਰਜੀ ਦੇ ਮਾੜੇ ਜਿਹੇ ਲੱਛਣ ਹੁੰਦੇ, ਲੇਕਿਨ ਉਹ ਟਰੂ ਐਲਰਜੀ ਨਹੀਂ ਹੁੰਦੀ। ਉਹ ਹੈਗੀ ਆ ਓਰਲ ਐਲਰਜੀ ਸਿੰਡਰੋਮ, ਵੀ ਖਾਲੀ ਮੂੰਹ ਤੱਕ ਹੀ ਸੀਮਿਤ ਹੈ, ਰੈਸਟ ਆਫ ਦਾ ਬੋਡੀ 'ਚ ਕੁਛ ਨਹੀਂ। ਉਹਦੇ 'ਚ ਫਿਰ ਅਸੀਂ ਕਹਿੰਦੇ ਹਾਂ ਵੀ ਐਪਲ ਚੰਗੀ ਤਰ੍ਹਾਂ ਧੋ ਲਓ, ਉਹਦਾ ਛਿਲਕਾ ਲਾ ਲਓ, ਫਿਰ ਕੱਟ ਕੇ, ਨਹੀਂ ਤੇ 10-15 ਸੈਕਿੰਡ ਉਹਨੂੰ ਮਾਈਕ੍ਰੋਵੇਵ 'ਚ ਥੋੜ੍ਹਾ ਗਰਮ ਕਰ ਲਓ। ਸੋ ਉਹ ਐਲਰਜੀ ਵਾਲਾ ਤੱਤ ਜਿਹੜਾ ਹੈਗਾ ਖਤਮ ਹੋ ਜਾਂਦਾ ਕਈਆਂ ਦਾ। ਸੋ ਉਹਨੂੰ ਕਹਿੰਦੇ ਓਰਲ ਐਲਰਜੀ ਸਿੰਡਰੋਮ, ਲੇਕਿਨ ਉਹ ਡਾਕਟਰ ਤੁਹਾਨੂੰ ਦੱਸੂਗਾ ਤਾਂ ਹੀ ਆ, ਆਪਣੇ ਆਪ ਨਹੀਂ ਡਾਕਟਰੀ ਕਰਨੀ। ਜੀ ਡਾਕਟਰ ਸਾਹਿਬ, ਇੱਕ ਇਹਦੇ ਵਿੱਚ ਜਿਹੜਾ ਸਾਈਕਲ ਤੁਸੀਂ ਡਿਸਕਸ ਕੀਤਾ ਉਹ ਬਹੁਤ ਕਾਮਨ ਆ ਇੱਥੇ। ਕਿਹੜਾ ਸਾਈਕਲ? ਜਿਹੜਾ ਇੱਕ ਮਤਲਬ ਜਿਹੜਾ ਇੱਕ ਚੱਕਰ ਜਿਹਾ ਆ ਵੀ ਪਹਿਲਾਂ ਐਗਜ਼ੀਮਾ ਹੁੰਦਾ, ਫਿਰ ਉਹਦੇ ਤੋਂ ਬਾਅਦ ਉਹ ਕਹਿ ਦਿੰਦੇ ਆ ਜੀ ਹੁਣ ਤੁਹਾਨੂੰ ਇਹ ਐਲਰਜੀ ਹੋ ਗਈ ਜਾਂ ਅਸਥਮਾ ਹੋ ਗਿਆ, ਫਿਰ ਤੁਹਾਨੂੰ ਐਲਰਜੀ ਹੋ ਗਈ। ਇਹ ਕੀ ਚੀਜ਼ ਆ? ਇੱਕ ਸਟੈਪ ਤੋਂ ਦੂਜਾ ਸਟੈਪ ਹੋਈ ਜਾਂਦਾ ਜੀ। ਇਹਨੂੰ ਕਹਿੰਦੇ ਕਲਾਸੀਕਲ ਐਟੋਪਿਕ ਮਾਰਚ। ਸੋ ਅਗਰ ਆਪਾਂ ਦੇਖੀਏ, ਜਿਹੜੀ ਸਾਡੀ ਬੋਡੀ ਦੀ ਬਣਤਰ 46 ਕ੍ਰੋਮੋਸੋਮ ਆ, ਤੇ ਕਰੀਬਨ ਸਾਡੇ 'ਚ 20,000 ਜੀਨਸ ਆ। ਸੋ ਅੱਧੀ ਜੀਨਸ ਮਾਂ ਤੋਂ ਮਿਲੀ, ਅੱਧੀ ਬਾਪ ਤੋਂ ਮਿਲੀ। ਸੋ ਸਾਡੇ 'ਚ ਕੋਈ ਜੀਨ ਹੈਗੀ ਜਿਹੜੀ ਟ੍ਰਿਗਰ ਕਰਦੀ ਆ, ਲੇਕਿਨ ਅਜੇ ਤੱਕ ਅਸੀਂ ਲੱਭ ਨਹੀਂ ਪਾਏ ਕਿਹੜੇ ਕ੍ਰੋਮੋਸੋਮ ਹੈ, ਕਿਹੜੇ ਨੰਬਰ 'ਚ ਆ, ਲੋਕਸ 'ਚ ਹੈ ਨਾ। ਜਿੱਦਾਂ ਹੁਣ ਕਈ ਬਿਮਾਰੀਆਂ ਦੀ ਜੀਨ ਸਾਨੂੰ ਪਤਾ ਕਿੱਥੇ ਪਈ ਹੈ, ਕਿਹੜੇ ਨੰਬਰ 'ਤੇ ਪਈ ਹੈ। ਸੋ ਉਹ ਜੀਨ ਸਮੇਂ 'ਚ ਐਕਟੀਵੇਟ ਹੋ ਕੇ ਉਹਨੇ ਉਹ ਕੰਮ ਕਰਨਾ ਹੀ ਕਰਨਾ, ਔਰ ਉਹ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਜਿਹੜੀ ਚੀਜ਼ ਰੱਬ ਨੇ ਬਣਾਤੀ, ਬਣਤਰ ਬਣ ਗਈ, ਉਹਨੂੰ ਅੰਡੂ ਨਹੀਂ ਕੀਤਾ ਜਾ ਸਕਦਾ। ਉਹਦੇ ਨਾਲ ਅਸੀਂ ਕੰਫਰਟੇਬਲੀ ਤੁਹਾਡਾ ਕੰਟਰੋਲ ਕਰ ਸਕਦੇ ਹਾਂ, ਲੇਕਿਨ ਕਿਉਰ ਨਹੀਂ ਕਰ ਸਕਦੇ। ਮਤਲਬ ਜਿਸ ਬੰਦੇ ਦੇ ਜੀਨ ਦੇ ਵਿੱਚ ਉਹ ਚੀਜ਼ ਹੈਗੀ ਆ, ਮਾਂ ਪਿਓ ਤੋਂ ਉਹਨੂੰ ਮਿਲ ਗਈ, ਉਹ ਫਿਰ ਭਾਵੇਂ ਮਿੱਟੀ ਵਿੱਚ ਖੇਡੇ, ਚਾਹੇ ਸਾਫ਼ ਸੁਥਰਾ ਰਹੇ, ਉਹਨੂੰ ਹੋਣੀ ਹੈ। ਚਾਂਸਿਸ ਬਹੁਤ ਜ਼ਿਆਦਾ, ਲੇਕਿਨ ਅਗਰ ਉਹ ਮਿੱਟੀ ਘੱਟੇ 'ਚ ਖੇਡੇ ਤਾਂ ਫਿਰ ਉਹਦੇ ਜਿਹੜੇ ਸੀਵੀਅਰਿਟੀ ਆ ਫਿਰ ਵੀ ਘੱਟ ਸਕਦੀ। ਇਹ ਵੀ ਰਿਸਰਚ ਆਇਆ। ਅੱਛਾ ਜੀ। ਹੁਣ ਮੈਂ ਤੁਹਾਨੂੰ ਦੱਸਦਾ, ਕਈ ਬੱਚੇ ਹੈਗੇ ਆ ਜਿਹੜੇ ਇੱਥੇ ਇੰਨਾ ਬੈਡ ਹੈ ਉਹਨਾਂ ਦਾ ਹਾਲ, ਅਗਰ ਉਹ ਇੰਡੀਆ ਜਾਂਦੇ, ਪਿੰਡਾਂ 'ਚ ਰਹਿੰਦੇ ਆ, ਉਹਨਾਂ ਦਾ ਚਮੜਾ ਠੀਕ ਹੁੰਦਾ ਐਗਜ਼ੀਮਾ ਵੱਲੋਂ। ਸੋ ਹਾਂਜੀ, ਇਹ ਵੀ ਡਾਕਟਰ ਸਾਹਿਬ ਬਿਲਕੁਲ ਮੈਂ ਰੋਕ ਰਿਹਾ ਤੁਹਾਨੂੰ। ਆਮ ਤੌਰ 'ਤੇ ਹੁੰਦਾ ਇੱਥੇ ਬੰਦੇ ਦੀ ਬੁਰੀ ਹਾਲਤ ਆ, ਉਹ ਜਦੋਂ ਇੰਡੀਆ ਗਿਆ ਠੀਕ ਆ, ਇੰਡੀਆ ਵਾਲਾ ਜਿਹੜਾ ਉੱਥੇ ਬੁਰੀ ਹਾਲਤ ਆ, ਨੱਕ ਬੰਦ ਆ, ਸਾਹ ਨਹੀਂ ਆਉਂਦਾ, 3 ਟਾਈਮ ਉਹਨੂੰ ਡ੍ਰੌਪਸ ਪਾਉਣੇ ਪੈਂਦੇ ਆ, ਉਹ ਕੈਨੇਡਾ ਦੇ ਵਿੱਚ ਆ ਗਿਆ, ਉਹ ਕਹਿੰਦੇ ਮੈਨੂੰ ਕਦੇ ਬਿਮਾਰੀ ਸੀ ਨਹੀਂ।
ਕਿ ਉਹ ਕੋਈ ਨਾ ਕੋਈ ਮਤਲਬ ਵਾਤਾਵਰਨ ਦੇ ਨਾਲ ਸੰਬੰਧਿਤ ਉਹ ਗੱਲ ਹੈਗੀ ਆ ਦੋਵਾਂ ਦੇ ਲਈ। ਸੋ ਮੈਂ ਕਈ ਬੱਚੇ ਦੇਖੇ ਜਿਹੜੇ ਉਹ ਕਹਿਣਗੇ ਭਾਈ ਸਾਨੂੰ ਤਾਂ ਲੋੜ ਹੀ ਨਹੀਂ ਪਈ ਕਰੀਮਾਂ ਦੀ, ਇੱਥੇ ਤਾਂ ਉਹ ਪੂਰਾ ਬੈਗ ਲੈ ਕੇ ਤੁਰੇ ਫਿਰਦੇ ਸੀ ਰੋਜ਼, ਹੈ ਨਾ। ਜੀ ਡਾਕਟਰ ਸਾਹਿਬ, ਐਗਜ਼ੀਮਾ ਜਿਹੜਾ ਇਹਨੂੰ ਕਹਿੰਦੇ ਵੀ ਇਹ ਡਰਾਈਨੈਸ ਨਾਲ ਹੁੰਦਾ ਆ, ਕਰੀਮ ਲਾਉਣੀ ਚਾਹੀਦੀ ਆ। ਸਾਡੇ ਤਾਂ ਇੱਥੇ ਹੁਣੇ ਤੁਸੀਂ ਗੱਲ ਕਰਕੇ ਹਟੇ ਵੀ ਹਿਊਮਿਡਿਟੀ ਇੰਨੀ ਆ, ਹਵਾ 'ਚ ਸਿੱਲ ਇੰਨੀ ਆ, ਫਿਰ ਸਾਡੀ ਸਕਿਨ ਨੇ ਖੁਸ਼ਕ ਕਿਉਂ ਹੋ ਜਾਂਦੀ ਜਿਹੜੀ ਅਲਟੀਮੇਟਲੀ ਐਲਰਜੀ 'ਚ ਜਾਂਦੀ ਹੈ। ਜਿਵੇਂ ਨਾ ਅਗਰ ਆਪਾਂ ਬੱਚਾ 'ਚ ਦੇਖੀਏ ਐਗਜ਼ੀਮਾ ਬਹੁਤ ਕਾਮਨ ਹੈਗਾ, ਔਰ ਐਡਲਟ ਦੇ ਵਿੱਚ ਪੂਰੇ ਕੈਨੇਡਾ ਜਾਂ ਨਾਰਥ ਅਮਰੀਕਾ 'ਚ ਕਰੀਬਨ 8% ਐਡਲਟ ਨੂੰ ਵੀ ਐਗਜ਼ੀਮਾ ਹੈਗਾ। ਐਗਜ਼ੀਮਾ ਜਿਹੜੀ ਦਰਦ ਜੀ ਹੋ ਜਾਂਦੀ ਹੈ ਜੀ, ਦੋ ਇਹਦੇ ਪੈਮਾਨੇ ਆ, ਡਰਾਈ ਤੇ ਸੈਂਸਿਟਿਵ ਸਕਿਨ। ਚਮੜਾ ਖੁਸ਼ਕ ਆ ਤੇ ਉਹ ਸੈਂਸਿਟਿਵ ਹੋ ਗਿਆ। ਸੈਂਸਿਟਿਵ ਮੀਨਸ ਇਨਫਲੇਮ ਹੋ ਗਿਆ, ਰੈੱਡ ਹੋ ਗਿਆ, ਇਚਿੰਗ ਹੋ ਗਈ। ਬਹੁਤਾ ਕਰਕੇ ਸਾਡੇ ਜੁਆਇੰਟਸ ਦੇ ਲਾਗੇ ਚਾਗੇ ਚਲੇ ਜਾਂਦਾ, ਸਾਡੇ ਐਲਬੋ ਤੇ ਗੋਡਿਆਂ ਦੇ ਪਿੱਛੇ, ਕੰਨ ਦੇ ਇੱਥੇ, ਬਟ ਕਿੱਥੇ ਵੀ ਹੋ ਸਕਦਾ। ਸੋ ਪਹਿਲੀ ਗੱਲ ਤੇ ਮੋਇਸਚਰਾਈਜ਼ਰ ਲਾਓ। ਦੂਜਾ ਗੱਲ ਹੈਗਾ ਜਿਹੜੇ ਪੱਤੇ ਆ ਉਹ ਹਰੇ ਭਰੇ ਹੁੰਦੇ ਪਾਣੀ ਕਰਕੇ, ਸੋ ਪਾਣੀ ਜ਼ਿਆਦਾ ਵਧਾਓ। ਤੀਜਾ ਓਮੇਗਾ 3 ਦਾ ਸਪਲੀਮੈਂਟ ਲਓ। ਓਮੇਗਾ 3 ਪੰਗਾ ਇਹ ਆ ਵੀ ਅਸੀਂ ਵੈਜੀਟੇਰੀਅਨ ਹੈ, ਬਹੁਤ ਲੋਕ ਸਿਰਫ ਅਲਸੀ 'ਚ ਓਮੇਗਾ 3 ਹੈ, ਬਾਕੀ ਕੋਈ ਵੀ ਚੀਜ਼ 'ਚ ਓਮੇਗਾ 3 ਨਹੀਂ ਹੈਗਾ। ਅੱਛਾ ਜੀ। ਬਾਕੀ ਮੱਛੀ 'ਚ ਹੈਗਾ, ਅੰਡੇ 'ਚ ਹੈਗਾ, ਚਿਕਨ 'ਚ ਹੈਗਾ, ਮੀਟ 'ਚ ਹੈਗਾ। ਸੋ ਓਮੇਗਾ 3 ਚੂਏਬਲ ਮਿਲ ਜਾਂਦੇ ਆ ਜਿਹੜੇ ਆਪਾਂ ਲੈ ਸਕਦੇ, ਕਿਉਂਕਿ ਉਹ ਜਿਹੜਾ ਤੇਲ ਆ ਅੰਦਰੋਂ ਦੀ ਬਾਹਰ ਨੂੰ ਸਿਮਦਾ। ਨਹੀਂ ਤੇ ਬਾਹਰ ਤੁਹਾਨੂੰ ਮੋਇਸਚਰਾਈਜ਼ਰ ਲਾਉਣਾ ਪੈਣਾ, ਵੈਸਲੀਨ ਲਾਈ, ਅਵੀਨੋ ਲਾਇਆ, ਸੀਟਾਫਿਲ ਲਾਇਆ, ਤੇ ਲੇਕਿਨ ਚਮੜੇ ਦੀ ਮਸਾਜ ਨਹੀਂ ਕਰਨੀ, ਹੌਲੀ ਹੌਲੀ ਲਾਉਣਾ। ਸਾਡੇ ਨਾ ਕਲਚਰ 'ਚ ਆਦਤ ਬਹੁਤ ਹੈ ਵੀ ਚਮੜੇ ਨੂੰ ਐਨ ਰਗੜਨਾ, ਮਤਲਬ ਮਸਾਜ ਕਰੀ ਜਾਣਾ। ਭਲਵਾਨ ਤਾਂ ਮਤਲਬ ਸਾਡੇ ਮਨ 'ਚ ਹੁੰਦਾ ਹਰ ਇੱਕ ਬੱਚਾ ਪੱਟ ਵਧੀਆ ਹੋਣ, ਤਗੜਾ ਹੋਣ, ਉਹਨੂੰ ਤੇਲ ਮਲੋ। ਹਾਂ, ਲੇਕਿਨ ਤੁਸੀਂ ਇਹ ਦੇਖੋ ਵੀ ਜਿਹੜਾ 100 ਮੀਟਰ ਦਾ ਓਲੰਪਿਕਸ ਵਾਲਾ, ਉਹ ਕਦੇ ਵੀ ਸਾਡੇ ਮਤਲਬ ਕਲਚਰ ਵਾਲਾ ਬੰਦਾ ਨਹੀਂ ਜਿੱਤਿਆ। ਹਮੇਸ਼ਾ ਡਾਰਕ ਰੰਗ ਵਾਲਾ ਜਿੱਤਦਾ ਜਿਹਨੂੰ ਰੋਟੀ ਵੀ ਨਹੀਂ ਮਿਲਦੀ। ਇਟਸ ਅਗੇਨ ਜੈਨੇਟਿਕਸ, ਕਿਉਂਕਿ ਪਹਿਲਾਂ ਜਿਹੜਾ ਇਨਸਾਨ ਵੀ ਧਰਤੀ 'ਤੇ ਉਹ ਬਲੈਕ ਹੀ ਹੋਏ ਆ। ਲੂਸੀ ਜਿਹੜੀ ਹੁੰਦੀ ਸੀ ਇਥੀਓਪੀਆ 'ਚ 4 ਮਿਲੀਅਨ ਸਾਲ ਪਹਿਲਾਂ ਹੋਈ, ਉਹਦਾ DNA ਅਸੀਂ ਸਾਰਾ ਕੈਰੀ ਕਰ ਰਹੇ ਹਾਂ। ਬਾਹਰੋਂ ਮੂੰਹ ਮੰਦਰਾ ਸਾਡਾ ਚੇਂਜ ਹੋ ਗਿਆ ਮਾਈਗ੍ਰੇਸ਼ਨ ਕਰਕੇ, ਲੇਕਿਨ DNA ਉਹੀ ਕੈਰੀ ਕਰ ਰਹੇ ਹਾਂ ਅਸੀਂ। ਸੋ ਉਹਨਾਂ ਦੇ ਵਿੱਚ ਜਿਹੜਾ DNA ਹੈਗਾ ਬੜਾ ਸਟਰੋਂਗ ਆ, ਬੜਾ ਰੈਜ਼ੀਲੈਂਟ ਆ, ਬੜਾ ਮਤਲਬ ਅਗਾਂਹ ਵਧੂ ਹੈਗਾ, ਬੜਾ ਕ੍ਰੀਏਟ, ਕਿਉਂਕਿ ਉਹ ਸਾਰੇ ਸ਼ਿਕਾਰੀ ਆ, ਉਸ ਏਰੀਆ ਤੋਂ ਆਇਆ ਵੀ ਦਰਖਤਾਂ ਤੋਂ ਜੰਪ ਕਰਨਾ, ਦੌੜਨਾ, ਭੱਜਣਾ। ਐਨੀਹਾਓ ਬੈਕ ਟੂ ਐਗਜ਼ੀਮਾ। ਜਦੋਂ ਇਨਫਲੇਮੇਸ਼ਨ ਹੁੰਦਾ ਉਦੋਂ ਤੁਹਾਨੂੰ ਸਟੀਰੋਇਡ ਕਰੀਮ ਦੀ ਲੋੜ ਪੈ ਸਕਦੀ ਆ, ਜਾਂ ਅੱਜ ਕੱਲ੍ਹ ਮਾਰਕੀਟ 'ਚ ਨਾਨ ਸਟੀਰੋਇਡਲ ਕਰੀਮ ਵੀ ਹੈਗੀਆਂ, ਜਿੱਦਾਂ ਟੈਕਰੋਲੀਮਸ ਜਿਹਨੂੰ ਆਪਾਂ ਪ੍ਰੋਟੋਪਿਕ ਕਹਿੰਦੇ ਆ, ਜਾਂ ਐਲੀਡਲ ELIDL। ਲੇਕਿਨ ਇਹ ਦਿਨ 'ਚ 2 ਵਾਰੀ ਰੋਜ਼ ਲਾਉਣੀਆਂ ਪੈਂਦੀਆਂ, ਔਰ ਇਹ ਬਹੁਤ ਮਹਿੰਗੀਆਂ। ਜਿਹੜਾ ਹਾਈਡਰੋਕੋਰਟਿਸੋਨ ਆ ਓਵਰ ਦਾ ਕਾਊਂਟਰ ਵੀ ਹੋ ਗਿਆ ਹੁਣ, ਉਹ ਜਦੋਂ ਜ਼ਿਆਦਾ ਹੋਏ ਦਿਨ 'ਚ 2 ਵਾਰੀ ਲਾ ਲਓ ਫਿਰ ਹਟ ਗਏ। ਇੰਡੀਆ 'ਚ ਬੈਟਨੋਵੇਟ ਆਪਾਂ ਯੂਜ਼ ਕਰਦੇ ਸੀ, ਹਾਂਜੀ ਕਾਮਨ ਸੀ। ਹਾਂ, ਜਿਹਦਾ ਬੀਟਾਮੈਥਾਸੋਨ, ਇੱਥੇ ਬੀਟਾਮੈਥਾਸੋਨ ਕਹਿੰਦੇ ਆ, ਉਹ 0.1%, 0.05% ਵੀ ਹੁੰਦੀ ਆ। ਇਸ ਤੋਂ ਸਟਰੋਂਗਰ ਹੈਗੀ ਆ ਮੋਮੇਟਾਸੋਨ, ਜਿਹਨੂੰ ਐਲੋਕਾਮ ਕਹਿੰਦੇ ਆ। ਉਹ ਬਹੁਤਾ ਮੈਂ ਜੁਆਇੰਟਸ ਦੇ ਇਸਤੇਮਾਲ ਕਰਦਾ। ਖਾਜ ਨੂੰ ਕੰਟਰੋਲ ਕਰਨ ਵਾਸਤੇ ਵੀ ਐਂਟੀਹਿਸਟਾਮਿਨ ਦੇਣੀ ਪੈਂਦੀ ਹੈ। ਹੁਣ ਸਾਡਾ ਚਮੜਾ ਹੈ, ਇਹਦੇ ਉੱਤੇ ਇੱਕ ਬੈਕਟੀਰੀਆ ਸਟੈਫਲੋਕੋਕਸ, ਉਹ ਅੰਦਰ ਨਹੀਂ ਜਾਂਦਾ, ਚਮੜੇ ਦੇ ਉੱਤੇ ਰਹਿੰਦਾ। ਲੇਕਿਨ ਹੁਣ ਮੈਂ ਖਾਜ ਕਰ ਲਿੱਤੀ ਐਗਜ਼ੀਮਾ ਕਰਕੇ, ਚਮੜਾ ਰਫ ਹੋ ਗਿਆ, ਉਹ ਬੈਕਟੀਰੀਆ ਨੇ ਜਾ ਕੇ ਇਨਫੈਕਸ਼ਨ ਕਰ ਦੇਣਾ, ਫਿਰ ਕੋਈ ਕਰੀਮ ਕੰਮ ਨਹੀਂ ਕਰੂਗੀ। ਤੁਹਾਨੂੰ ਉਹ ਆਈਡੈਂਟੀਫਾਈ ਕਰਨਾ ਪੈਣਾ। ਲੋਕਲ ਤੁਹਾਨੂੰ ਨਾਲ ਐਂਟੀਬਾਇਓਟਿਕ ਕਰੀਮ ਜਾਂ ਮੂੰਹ ਰਾਹੀਂ ਐਂਟੀਬਾਇਓਟਿਕ ਕਈ ਵਾਰ ਦੇਣੀ ਪੈਣੀ ਹੈ। ਜੀ ਡਾਕਟਰ ਸਾਹਿਬ, ਜਿਹੜੀ ਐਲਰਜੀ ਹੈ ਜਿੱਦਾਂ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਉਹਦਾ, ਕਿ ਤੁਹਾਡਾ ਨੱਕ ਬੰਦ ਆ, ਤੁਸੀਂ ਸਾਹ ਨਹੀਂ ਆਉਂਦਾ, ਜਾਂ ਕੋਈ ਹੋਰ ਐਲਰਜੀ ਆ, ਫਿਰ ਅਸੀਂ ਉਹ ਸਪਰੇਅ ਪਾਉਂਦੇ ਆ, ਜਾਂ ਜਿਹੜੀ ਤੁਸੀਂ ਐਂਟੀਹਿਸਟਾਮਿਨ ਕਰੀਮ ਦੀ ਗੱਲ ਕੀਤੀ ਹੈ, ਕਹਿੰਦੇ ਸਟੀਰੋਇਡ ਹੁੰਦੇ ਆ ਵੀ ਨੱਕ ਨੂੰ ਟੈਂਪਰੇਰੀ ਤਾਂ ਖੋਲ ਦੇਣਗੇ, ਅਲਟੀਮੇਟਲੀ ਇਹਨਾਂ ਦਾ ਨੁਕਸਾਨ ਆ। ਇਹ ਕਿੰਨਾ ਕੁ ਹੈਗਾ ਜੀ? ਬਹੁਤ ਰਿਸਰਚ ਹੋਇਆ, ਕਿਉਂਕਿ ਜਿਹੜੇ ਕੋਈ ਵੀ ਆਪਾਂ ਸਪਰੇਅ ਲੈ ਲਈਏ ਨੱਕ ਦੀ, ਹੈ ਨਾ, ਉਹਦੇ 40 ਮਾਈਕਰੋਗ੍ਰਾਮ ਸਟੀਰੋਇਡ ਹੁੰਦਾ। ਅੱਛਾ ਜੀ। 40 ਮਾਈਕਰੋਗ੍ਰਾਮ ਤਾਂ ਬਹੁਤ ਘੱਟ ਡੋਜ਼ ਹੈ, ਔਰ ਉੱਥੇ ਹੀ ਰਹਿੰਦਾ, ਹੈ ਨਾ, ਐਬਜ਼ੌਰਬ ਨਹੀਂ ਹੁੰਦਾ। ਔਰ ਜਿਹੜਾ ਨੱਕ ਦੇ ਅੰਦਰ ਸਾਡੇ ਟਰਬੀਨੇਟਸ ਹੈਗੇ ਆ, ਜਿਹੜੇ ਸਵੋਲਨ ਹੋ ਗਏ, ਬੋਗੀ ਹੋ ਗਏ, ਉਹਦੀ ਸਵੈਲਿੰਗ ਘਟਾਉਂਦਾ, ਤਾਂ ਕਿ ਤੁਹਾਡੀ ਜਿਹੜੀ ਖੁਰਕ ਨੱਕ ਦੇ ਵਿੱਚ ਘੱਟ ਹੋਏ, ਨੱਕ ਘੱਟ ਚੋਵੇ, ਛਿੱਕਾਂ ਘੱਟ ਹੋਣ, ਅਤੇ ਰਾਤ ਨੂੰ ਤੁਹਾਨੂੰ ਘਰਾੜੇ ਵੀ ਘੱਟ ਹੋਣ, ਤਾਂ ਕਿ ਤੁਹਾਡੀ ਰਾਤ ਨੂੰ ਵੀ ਨੀਂਦ ਦਰੁਸਤ ਹੋ ਸਕੇ। ਇਸ ਲਈ ਅਸੀਂ ਕਹਿੰਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਪਰੇਅ ਯੂਜ਼ ਕਰੋ। ਫਲੋਨੇਸ, ਨੇਜ਼ੋਨੈਕਸ, ਏਵਾਮਿਸ, ਮੋਮੇਟਾਸੋਨ, ਓਮਨੈਰਿਸ, ਕਈ ਇਹਦੇ ਨਾਂ ਹੈਗੇ, ਬਟ ਉਹ 'ਚ ਸਟੀਰੋਇਡ 40 ਮਾਈਕਰੋਗ੍ਰਾਮ ਹੁੰਦਾ। ਹੁਣ ਦੇਖੋ 2 ਸਾਲ ਦਾ ਬੱਚਾ, ਅਗਰ ਉਹਨੂੰ ਸਾਹ ਦੇਵਾਂ ਤਾਂ ਮੈਂ 125 ਮਾਈਕਰੋਗ੍ਰਾਮ ਵਾਲਾ ਪਫਰ ਦਿਨ 'ਚ 2 ਵਾਰੀ ਯੂਜ਼ ਕਰ ਰਿਹਾ, ਉਹਨੂੰ 250 ਮਾਈਕਰੋਗ੍ਰਾਮ ਉਹਦੇ ਲੰਗਸ ਵਾਸਤੇ ਦੇ ਰਿਹਾ, ਅਤੇ ਇੱਥੇ ਖਾਲੀ 40 ਮਾਈਕਰੋਗ੍ਰਾਮ ਦਿੱਤਾ ਮੈਂ, ਹੈ ਨਾ। ਸੋ ਪ੍ਰੈਕਟੀਕਲੀ ਤੌਰ 'ਤੇ ਮੇਰੇ ਖਿਆਲ ਨਾਲ ਸਾਈਡ ਇਫੈਕਟ ਹੋਣਾ ਬਹੁਤ ਘੱਟ ਆ, ਜਾਂ ਕਲੋਜ਼ ਟੂ 0% ਦੇ ਲਾਗੇ ਮੈਂ ਕਹੂੰਗਾ। ਜੀ ਡਾਕਟਰ ਸਾਹਿਬ, ਆਖਰ ਦੇ ਵਿੱਚ ਤੁਹਾਡੇ ਬਹੁਤ ਸਾਰੇ ਜਿੱਥੇ ਸਾਡੇ ਦਰਸ਼ਕ ਤੁਹਾਡੀਆਂ, ਕਿਉਂਕਿ ਤੁਹਾਡਾ ਫੀਲਡ ਆ, ਤੁਹਾਡਾ ਪ੍ਰੋਫੈਸ਼ਨ ਆ, ਇਹ ਡਾਕਟਰੀ ਦਾ ਕਿੱਤਾ ਆ, ਗੱਲਾਂ ਪਸੰਦ ਕਰਦੇ, ਉਹਦੇ ਨਾਲ ਨਾਲ ਤੁਹਾਡੀਆਂ ਅਧਿਆਤਮਿਕ ਗੱਲਾਂ ਬਾਰੇ ਵੀ ਬਹੁਤ ਲੋਕ ਜਿਹੜੇ ਉਹ
ਉਤਸੁਕ ਹੁੰਦੇ ਜਾਣ ਵਾਲੀ ਆਖਰ ਦੇ ਵਿੱਚ ਕੋਈ ਸੰਦੇਸ਼ ਸਾਡੀ ਵੈਲ ਬੀਇੰਗ ਦੇ ਲਈ ਜੀ? ਦੇਖੋ ਗੱਲ ਹੈ ਵੀ ਸਰੀਰ ਜਿਹੜਾ ਹੈਗਾ ਉਹ ਫਿਜ਼ੀਕਲ ਡਾਇਮੈਂਸ਼ਨ ਵੀ ਹੈਗਾ, ਮਨ ਵੀ ਹੈਗਾ ਤੇ ਆਤਮਾ ਵੀ ਹੈਗਾ, ਔਰ ਤਿੰਨਾਂ ਦਾ ਆਪਾਂ ਬੈਲੈਂਸ ਰੱਖਣਾ ਨਾ। ਜੀ ਸਰੀਰ ਜਿਹੜਾ ਹੈਗਾ ਪੰਜ ਤੱਤਾਂ ਦਾ, ਪਾਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਹ ਤੇ ਉਪਜਿਓ ਨਾਨਕਾ, ਲੀਨ ਤਾਹੀ ਮਹਿਮਾਨ। ਹੁਣ ਆਮ ਬੇਬੀ ਇੱਕ ਹੈਗਾ 3.5 ਕਿਲੋ ਜਾਂ 7 ਪਾਉਂਡ ਦਾ ਹੁੰਦਾ। ਹੁਣ ਦੇਖੋ ਤੁਸੀਂ ਵੀ ਹੁਣ ਇਸ ਵੇਲੇ ਕਰੀਬਨ 70-80 ਕਿਲੋ ਦੇ, ਮੈਂ ਵੀ 100 ਕਿਲੋ ਤੋਂ ਉੱਤੇ 240 ਪਾਉਂਡ ਜੀ। ਹਾਂਜੀ, ਮੈਂ ਵੀ ਮਤਲਬ ਲਗਭਗ ਮੈਂ 260 ਕਹਿ ਸਕਦਾ ਹੈ ਨਾ। ਹੁਣ ਆਪਾਂ ਕਿਉਂ ਵਧੇ ਹਾਂ? ਕਿਉਂਕਿ ਅਸੀਂ ਸਾਰਾ ਰਾਸ਼ਨ ਧਰਤੀ ਤੋਂ ਲਿੱਤਾ, ਭਾਵੇਂ ਉਹ ਜਿੱਦਾਂ ਵੀ ਹੈਗਾ, ਉਹ ਬਨਸਪਤੀ ਤੇ ਆਇਆ, ਗਾਂ ਦੇ ਥਰੂ ਦੁੱਧ ਵਿੱਚ ਆਇਆ, ਦਾਲਾਂ ਦੇ ਵਿੱਚ ਆਇਆ, ਫਰੂਟਾਂ 'ਚ, ਲੇਕਿਨ ਉਹ ਧਰਤੀ ਤੋਂ ਹੀ ਆਇਆ। ਅਲਟੀਮੇਟਲੀ ਧਰਤੀ ਆ। ਧਰਤੀ ਕਹਿੰਦੀ ਲੈ ਤੂੰ ਲੈ ਜਾ, ਕਿਉਂਕਿ ਮੈਂ ਬੰਦਾ ਬੈ ਖਰੀਦ, ਉਹ ਲੀਜ਼ 'ਚ ਦੇਈ ਜਾਂਦੀ ਸਾਨੂੰ। ਜਦੋਂ ਨਹੀਂ ਆਪਾਂ ਕਾਰ ਟਰੱਕ ਲੀਜ਼ 'ਚ ਲਿੱਤਾ, ਫਿਰ ਜਦੋਂ ਸਾਡਾ ਟਾਈਮ ਪੂਰਾ ਹੋ ਗਿਆ, ਜਿੰਨੇ ਵੀ ਅਸੀਂ ਭੋਗਣੇ ਸੀ, ਇੱਕ ਸੈੱਲ ਧਰਤੀ ਵਾਪਸ ਲੈ ਕੇ ਜਾਂਦੀ। 50 ਟ੍ਰਿਲੀਅਨ ਸੈੱਲ ਆ, ਉਹ ਤੁਸੀਂ ਫੂਕ ਦਿਓ, ਪਾਣੀ 'ਚ ਜਲ ਪ੍ਰਵਾਹ ਕਰ ਦਿਓ, ਦਫਨਾ ਦਿਓ, ਧਰਤੀ ਨੇ ਆਪਣਾ ਕਰਜ਼ ਵਾਪਸ ਲੈ ਲੈਣਾ ਵੀ ਤੁਹਾਡੀ ਬੋਡੀ ਜਿਹੜੀ ਹੈਗੀ ਹੈ ਸਮੇਟ ਲੈਣੀ ਹੈ। 12% ਧਰਤੀ ਹੈਗੀ ਹੈ ਸਾਡੇ ਵਿੱਚ, 72% ਪਾਣੀ ਆ। ਪਾਣੀ ਕਹਿੰਦਾ ਠੀਕ ਆ, ਪੀ ਜਾ ਤੂੰ ਲੀਟਰ ਤੋਂ ਲੀਟਰ ਕੀ 10-10 ਲੀਟਰ ਰੋਜ਼ ਪੀ, ਜਦੋਂ ਟਾਈਮ ਆਇਆ ਜਿਹੜਾ ਤੇਰਾ ਪਾਣੀ ਆ ਉਹ ਮੇਰੇ ਪਾਣੀ ਦੇ ਨਾਲ ਫਿਰ ਮਿਲੂਗਾ। ਆਕਾਸ਼ ਜਿਹੜਾ ਹੈਗਾ 6%, ਉਹਨੇ ਕਹਿਣਾ ਵੀ ਮੇਰੇ ਨਾਲ ਤੂੰ ਫਿਰ ਮਿਲੇਗਾ। 6% ਹਵਾ, ਉਹ ਹਵਾ ਫਿਰ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਹਵਾ ਹੀ ਆ, ਅੰਤਰੀਆਂ 'ਚ ਵੀ ਹਵਾ, ਤੇ 4% ਅਗਨ ਆ। ਸੋ ਨੇਚਰ ਦੇ ਜਿਹੜੇ 5 ਐਲੀਮੈਂਟ, ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ। ਸੋ ਸਰੀਰ ਦੋਸ਼ੀ ਨਹੀਂ ਹੈਗਾ। ਹੁਣ ਜਿਹੜੀ ਆਤਮਾ ਹੈ ਉਹ ਪਰਮ ਆਤਮਾ ਦਾ ਹਿੱਸਾ, ਔਰ ਪਰਮ ਆਤਮਾ 'ਚ ਕੋਈ ਦੋਸ਼ ਨਹੀਂ ਆ। ਸੋ ਆਤਮਾ 'ਚ ਵੀ ਕੋਈ ਦੋਸ਼ ਨਹੀਂ ਹੈ। ਭਸੂੜੀ ਪੈਂਦੀ ਹੈ ਮਨ ਦੇ। ਜਿਹੜਾ ਮਨ ਆ ਉਹ ਤੁਹਾਨੂੰ ਗਾਂਹ ਨੂੰ ਲੈ ਕੇ ਜਾਂਦਾ ਜਾਂ ਪਿਛਾਂਹ ਨੂੰ ਲੈ ਕੇ ਜਾਂਦਾ, ਤੁਹਾਨੂੰ ਵਿਜয়ੀ ਬਣਾਉਂਦਾ ਜਾਂ ਤੁਹਾਨੂੰ ਪਰਾਜਿਤ ਕਰਦਾ, ਤੁਹਾਨੂੰ ਸਕਸੈਸ ਵੱਲ ਲੈ ਕੇ ਜਾਂਦਾ ਜਾਂ ਤੁਹਾਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬਹੁਤਾਤਰ ਲੋਕੀ ਜਿਹੜੇ ਹੈਗੇ ਆ ਮਨ ਨੂੰ ਸਬਮਿਟ ਕਰਦੇ ਆ, ਵੀ ਜੋ ਮਨ ਕਹਿੰਦਾ ਉਹੀ ਕਰੀ ਜਾਂਦੇ ਆ। ਮਹਾਰਾਜ ਖੁਦ ਕਹਿੰਦੇ ਆ ਵੀ ਕਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜਿੱਤੇ ਜਗ ਜੀਤ। ਅਗਰ ਤੂੰ ਆਪਣੇ ਮਨ ਨੂੰ ਜਿੱਤ ਲੇਗਾ, ਛੱਡ ਪਰਾਂ, ਇਹ ਕੁਛ ਨਹੀਂ ਹੈਗਾ, ਪੂਰਾ ਜਗਤ ਜਿੱਤ ਲੇਗਾ, ਪੂਰਾ ਬ੍ਰਹਮੰਡ ਜਿੱਤ ਲੇਗਾ। ਸੋ ਅਗਰ ਆਪਾਂ ਮਨ ਨੂੰ ਜਿੱਤਣਾ ਤਾਂ ਮਨ ਨੂੰ ਸਮਝਣਾ ਪੈਣਾ, ਮਨ ਦੇ ਵਿੱਚ ਕੀ ਵਿਚਾਰ ਹੈਗੇ। ਵਿਚਾਰ ਹੋਣੇ ਬੰਦ ਨਹੀਂ ਹੋਣੇ, ਵਿਚਾਰਾਂ ਤੋਂ ਨੈਵੀਗੇਸ਼ਨ ਕਿੱਦਾਂ ਕਰਨੀ, ਉਹਦੇ 'ਚ ਫਸਣਾ ਨਹੀਂ ਆ। ਔਰ ਕਿੱਦਾਂ ਆਪਾਂ ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਜਦੋਂ ਆਪਾਂ ਤਰਨਾ, ਅਗਰ ਹੁਣ ਮੈਂ ਤਰਨ ਲੱਗਾ ਤਾਂ ਸਿਰ ਦੇ ਉੱਤੇ 20 ਕਿਲੋ ਵਜਨ ਬੰਨ ਲਵਾਂ ਨਾ, ਹੋਰ ਤਾਂ ਡੁੱਬਣ ਦੇ ਚਾਂਸ ਤਾਂ ਮੇਰੇ ਜ਼ਿਆਦਾ। ਸੋ ਇਹਦਾ ਮਤਲਬ ਇਹ ਆ ਵੀ ਆਪਾਂ ਆਪਣੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੋਣਾ ਜੀ। ਬੋਝ ਇਹ ਹੈਗਾ ਕੱਲ੍ਹ ਨੂੰ ਮੈਨੂੰ ਰਾਸ਼ਨ ਕਿੱਥੋਂ ਮਿਲੂਗਾ, ਮੇਰੇ ਘਰ ਦੀ ਕਿਸ਼ਤ ਕਿੱਥੋਂ ਚੱਲੂਗੀ, ਕਿਉਂਕਿ ਸੈਲ ਪੱਥਰ ਮੇਂ ਜੰਤ ਪਾਏ ਤਾਕਾ ਰਿਜਕ ਆਗੇ ਕਰਤਾ ਰਿਹਾ। ਅਗਰ ਪੱਥਰਾਂ ਦੇ ਵਿੱਚ ਆਪਾਂ ਖੋਲ੍ਹ ਕੇ ਦੇਖੀਏ ਕੀੜੇ ਮਕੌੜੇ ਹੈਗੇ, ਉਹਨਾਂ ਦਾ ਰਾਸ਼ਨ ਉੱਥੇ ਪਿਆ ਹੈਗਾ। ਸਾਰੀ ਪਸੂੜੀ ਰਾਸ਼ਨ ਦੀ ਆ, ਪੂਰਾ ਦੌੜ ਭੱਜ ਪਈ ਆ ਵੀ ਸਾਨੂੰ ਰੋਟੀ ਘਰ ਕਾਰਾਂ ਇਹ ਕਮਾਉਣਾ ਹੈ ਨਾ। ਲੇਕਿਨ ਲੈ ਕੇ ਤਾਂ ਕੁਛ ਨਹੀਂ ਜਾਣਾ। ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਭ ਹੀ ਛਾੜ, ਹਰ ਹਰ ਨਾਮ ਕਮਾਣਾ, ਕਰ ਜਾਵੇ ਰਾਤ। ਮਹਾਰਾਜ ਰਾਜਾ ਦੁਨੀ ਚੰਦ ਦੇ ਘਰ ਗਏ, ਜਿਹਦੇ ਨਾਲ 7 ਝੰਡੇ ਲੱਗੇ ਸੀ। ਇੱਕ ਝੰਡਾ 1 ਲੱਖ ਦਾ ਪ੍ਰਤੀਕ ਸੀ। 7 ਲੱਖ ਉਸ ਜ਼ਮਾਨੇ 'ਚ, ਅੱਜ ਤੋਂ 500 ਸਾਲ ਪਹਿਲਾਂ। ਬੜੀ ਸੇਵਾ ਕੀਤੀ ਤੇ ਮਹਾਰਾਜ ਨੇ ਨਾ ਉਹਨਾਂ ਨੂੰ 1 ਸੋਨੇ ਦੀ ਸੂਈ ਦੇ ਦਿੱਤੀ। ਬੜਾ ਖੁਸ਼ ਹੋਇਆ ਵੀ ਬਜ਼ੁਰਗਾਂ ਨੇ, ਸੰਤਾਂ ਨੇ ਮੈਨੂੰ ਕੁਝ ਦਿੱਤਾ। ਉਹ ਵਾਈਫ ਕੋ ਆਇਆ, ਕਹਿੰਦਾ ਦੇਖ ਤੂੰ ਸੇਵਾ ਕੀਤੀ ਆ, ਸੋਨੇ ਦੀ ਸੂਈ ਦਿੱਤੀ ਆ, ਤੇ ਮਹਾਰਾਜ ਨੇ ਕਿਹਾ ਸੀ ਅਗਲੇ ਜਨਮ 'ਚ ਦੇ ਦੇਣੀ ਹੈ ਨਾ। ਤੇ ਉਹਦੀ ਵਾਈਫ ਕਹਿੰਦੀ ਹੈ ਭਾਈ ਨਾਲ ਜਾਣਾ ਕੁਛ, ਤਾਂ ਉਹਨੂੰ ਸੋਝੀ ਹੋਈ ਵੀ ਮੈਂ ਜਿਹੜੇ ਝੰਡੇ ਲਾਏ ਆ 7, ਇਹ ਵੀ ਨਾਲ ਤਾਂ ਜਾਣੇ ਨੇ। ਉਸ ਤੋਂ ਪਰਉਪਕਾਰੀ ਬਣਦਾ ਵੀ ਮੈਂ ਕੁਛ ਲੈ ਕੇ ਤਾਂ ਜਾਣਾ ਨਹੀਂ, ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾ। ਸੋ ਜਿਹੜੀ ਨਾਮ ਦੀ ਕਮਾਈ ਆਪਾਂ ਕਰ ਲਈਏ, ਆਪਣੇ ਆਪ ਦੇ ਨਾਲ ਜੁੜ ਲਈਏ, ਕਿਉਂਕਿ ਉਹਦੇ ਨਾਲ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਗੱਲਬਾਤ ਕੀਤੀ। ਅੱਜ ਅਸੀਂ ਖਾਸ ਤੌਰ 'ਤੇ ਉਹਨਾਂ ਦੇ ਘਰ ਦੇ ਬੈਕਯਾਰਡ ਦੇ ਵਿੱਚ ਬੈਠੇ ਹਾਂ। ਉਹਨਾਂ ਦੇ ਨਾਲ ਬਹੁਤ ਸਾਰੇ ਸਿਹਤ ਸੰਬੰਧੀ ਮਸਲੇ, ਉਹਨਾਂ ਮਸਲਿਆਂ 'ਤੇ ਗੱਲਬਾਤ ਕੀਤੀ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਤੇ ਇੱਕ ਨਵੀਂ ਗੱਲਬਾਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।